ਕੈਪਟਨ ਸਾਹਿਬ ਦਾ ਇਹਨਾਂ ਚੋਣਾਂ 'ਚ ਫਿਰ ਤੋਂ ਉੱਭਰ ਕੇ ਸਾਹਮਣੇ ਆਉਣਾ ਸਿੱਧੂ ਸਾਹਿਬ ਲਈ ਇੱਕ ਵਾਰ ਫਿਰ ਬ੍ਰੇਕ ਆ। ਵਿਕਾਸ ਨਾਂ ਦਾ ਪ੍ਰਾਣੀ ਇੱਥੇ ਜਨਮ ਲਵੇ ਜਾਂ ਨਾ ਲਵੇ, ਪਰ ਵੋਟਾਂ ਜਿਹੜੀਆਂ ਆ ਉਹ ਹਰ ਦੂਜੇ ਦਿਨ ਕਿਤੇ ਨਾ ਕਿਤੇ ਹੁੰਦੀਆਂ ਰਹਿੰਦੀਆਂ। ਕਿਸੇ ਦਾ ਵੀ ਰੁਤਬਾ ਕਿਸੇ ਦੂਜੇ ਦੀ ਇੱਜ਼ਤ ਨਾਲੋਂ ਵੱਡਾ ਨਹੀਂ ਹੋ ਸਕਦਾ। ਪਾਕਿਸਤਾਨ 'ਚ ਇਹ ਗੱਲ ਬਹੁਤ ਵਾਰ ਸਾਹਮਣੇ ਆਉਂਦੀ ਆ ਕਿ ਪਾਕਿਸਤਾਨ 'ਚ ਮੌਜਾਂ ਹੀ ਮੌਜਾਂ, ਚਾਰੇ ਪਾਸੇ ਫੌਜਾਂ ਹੀ ਫੌਜਾਂ। ਪਹਿਲੀ ਵਾਰ ਕਿਸੇ ਔਰਤ ਨੂੰ ਫਾਂਸੀ ਲੱਗ ਰਹੀ ਹੈ। ਇਸ ਤੋਂ ਇਲਾਵਾ 3 ਔਰਤਾਂ ਹੋਰ ਨੇ ਜਿਹੜੀਆਂ ਫਾਂਸੀ ਦੀ ਉਡੀਕ ਦੇ ਵਿੱਚ ਜੇਲ੍ਹਾਂ 'ਚ ਬੰਦ। ਮੈਂ ਉਹਨੂੰ ਪੁੱਛਿਆ ਕਿ ਸਰਕਾਰ ਅੱਜ ਕੱਲ੍ਹ ਕੀ ਕਰ ਰਹੀ ਹੈ। ਉਹ ਕਹਿੰਦਾ ਜੀ ਸਰਕਾਰ ਜਿਹੜੀ ਆ ਉਹ ਬੜੇ ਆਰਾਮ ਨਾਲ ਕੁਰਸੀ ਤੇ ਬੈਠੀ ਆ ਤੇ ਧੁੱਪ ਸੇਕ ਰਹੀ ਆ। ਕੀ ਇਹ ਜਿੱਤ ਦੀ ਹਨੇਰੀ ਕਾਂਗਰਸ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਬਰਕਰਾਰ ਰਹੂਗੀ? ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਹੜੇ ਮੁੱਦਿਆਂ ਤੇ ਆਪਣੇ ਐਕਸਪਰਟ ਦੇ ਨਾਲ ਗੱਲਬਾਤ ਕਰਨੀ ਆ। ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣੇ ਉਹ ਮੁੱਦੇ ਦੱਸ ਦਿੰਦੇ ਹਾਂ। ਕੱਲ੍ਹ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਅੱਜ ਰੇਲ ਰੋਕੋ ਦਾ ਸੱਦਾ ਦਿੱਤਾ ਹੈ। ਕਿਤੇ ਕਿਸਾਨ ਰੇਲ ਗੱਡੀ ਚਲਾਉਣ ਦੀ ਗੱਲ ਕਰ ਰਹੇ ਨੇ, ਕਿਤੇ ਰੇਲਾਂ ਰੋਕ ਰਹੇ ਨੇ। ਕੀ ਇਹ ਪੂਰਾ ਮਾਮਲਾ, ਇਹ ਸਾਡੇ ਐਕਸਪਰਟ ਦੱਸਣਗੇ। ਮੀਟੂ ਮਾਮਲੇ ਦੇ ਵਿੱਚ ਇੱਕ ਔਰਤ ਨੂੰ ਮਾਣਹਾਨੀ ਦੇ ਕੇਸ 'ਚੋਂ ਬਰੀ ਕਰ ਦਿੱਤਾ ਗਿਆ ਹੈ। ਕੀ ਇਹ ਪੂਰਾ ਮਾਮਲਾ, ਇਸ ਬਾਰੇ ਵੀ ਅਸੀਂ ਆਪਣੇ ਐਕਸਪਰਟ ਨਾਲ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਮੁਲਕ 'ਚ ਪਹਿਲੀ ਵਾਰ ਕਿਸੇ ਔਰਤ ਨੂੰ ਫਾਂਸੀ ਦੇਣ ਦੀ ਗੱਲ ਉੱਠ ਰਹੀ ਹੈ। ਇਸ ਬਾਰੇ ਵੀ ਸਾਡੇ ਐਕਸਪਰਟ ਹੀ ਦੱਸਣਗੇ। ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਸ਼ੁਰੂ ਕਰਦੇ ਹਾਂ, ਕੱਲ੍ਹ ਦੀਆਂ ਸਥਾਨਕ ਚੋਣਾਂ ਦੀ ਗੱਲ ਕਰਦੇ ਹਾਂ। ਮਸ਼ਹੂਰ ਸ਼ਾਇਰ ਮੀਰ ਤਕੀ ਮੀਰ ਨੇ ਲਿਖਿਆ ਵੀ ਉਲਟੀ ਹੋ ਗਈ ਸਭ ਤਦਬੀਰੇ, ਕੁਛ ਨਾ ਦਵਾ ਨੇ ਕੰਮ ਕੀਆ। ਅਮਿਤ ਸ਼ਾਹ ਤੇ ਮੋਦੀ ਦੀ ਜਿਹੜੀ ਜੋੜੀ ਆ, ਇਹਨਾਂ ਨੇ ਬੜੀਆਂ ਜੁਗਤਾਂ ਲੜਾਈਆਂ। ਇਹਨਾਂ ਨੂੰ ਇਹ ਵਹਿਮ ਸੀ ਕਿ ਅਸੀਂ ਹਰ ਤਰ੍ਹਾਂ ਦਾ ਵਿਰੋਧ ਜਿਹੜਾ ਆ ਉਹਨੂੰ ਕਾਬੂ ਕਰ ਲੈਂਦੇ ਆ। ਤੇ ਕੱਲ੍ਹ ਦੇ ਜਿਹੜੇ ਨਤੀਜੇ ਆਏ ਨੇ, ਇਹਨਾਂ ਦਾ ਥੋੜਾ ਬਹੁਤਾ ਵਹਿਮ ਟੁੱਟਿਆ ਕਿ ਨਹੀਂ? ਪੰਜਾਬ ਦੇ ਲੋਕਾਂ ਨੇ ਵੈਸੇ ਇਹਨਾਂ ਨੂੰ ਕੱਲ੍ਹ ਇਹਨਾਂ ਦੀ ਜਗ੍ਹਾ ਤੇ ਦਿਖਾ ਦਿੱਤੀ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਤੁਸੀਂ ਬਹੁਤ ਸੋਹਣੀ ਲਾਈਨ ਬੋਲੀ ਹੈ ਕਿ ਉਲਟੀ ਹੋ ਗਈ ਸਭ ਤਦਬੀਰੇ, ਕੁਛ ਨਾ ਦਵਾ ਨੇ ਕੰਮ ਕੀਆ। ਕਈ ਵਾਰੀ ਸਵਲੀਨ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਦਵਾ ਜਿਹੜੀ ਹੈ ਦਵਾਈ ਉਹਨਾਂ ਕੰਮ ਨਹੀਂ ਕਰਦੀ, ਦੁਆ ਜ਼ਿਆਦਾ ਕੰਮ ਕਰਦੀ। ਕਈ ਵਾਰ, ਹਰ ਵਾਰ ਨਹੀਂ, ਵੈਸੇ ਦਵਾਈ ਖਾਣੀ ਜ਼ਰੂਰੀ ਹੁੰਦੀ ਹੈ ਜਦੋਂ ਸਾਨੂੰ ਕੋਈ ਪ੍ਰੋਬਲਮ ਹੋਵੇ। ਜਿੱਥੋਂ ਤੱਕ ਜਿਹੜੀ ਤੁਸੀਂ ਗੱਲ ਕੀਤੀ ਆ ਕੈਬਨਿਟ ਦੇ ਹਾਇਰ ਰੈਂਕਸ ਦੇ ਦੋਨਾਂ ਬੰਦਿਆਂ ਦੀ, ਅਮਿਤ ਸ਼ਾਹ ਤੇ ਮੋਦੀ ਸਾਹਿਬ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਜਿਨ੍ਹਾਂ ਬਾਰੇ ਥੋੜ੍ਹੇ ਦਿਨ ਪਹਿਲਾਂ ਹੀ ਵਿਰੋਧੀ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਮ ਦੋ ਹਮਾਰੇ ਦੋ, ਕਿ ਅਸੀਂ ਦੋ ਹੀ ਹਾਂ ਜਿਹੜੇ ਮੁਲਕ ਨੂੰ ਚਲਾ ਰਹੇ ਹਾਂ ਤੇ ਅਸੀਂ ਦੋ ਹੀ ਹਾਂ ਜਿਨ੍ਹਾਂ ਦੋਵਾਂ ਦੀ ਪਾਲਣਾ ਕਰਨਾ ਚਾਹੁੰਦੇ ਹਾਂ, ਅੰਬਾਨੀ ਤੇ ਅਡਾਨੀ। ਬੜਾ ਰੌਲਾ ਜਿਹਾ ਰਿਹਾ ਇਸ ਗੱਲ ਦਾ। ਤੁਸੀਂ ਗੱਲ ਕੀਤੀ ਬੀਜੇਪੀ ਦੀ ਜੁਗਤਾਂ ਲੜਾਉਣ ਦੀ, ਤੇ ਮੈਨੂੰ ਲੱਗਦਾ ਕਿ ਬੀਜੇਪੀ ਪੰਜਾਬ ਦੀਆਂ ਇਲੈਕਸ਼ਨਸ ਨੂੰ ਲੈ ਕੇ ਉਹਨਾਂ ਨੇ ਖਾਸ ਤੌਰ ਤੇ ਹਾਈ ਕਮਾਂਡ ਨੇ ਕੋਈ ਜੁਗਤ ਨਹੀਂ ਲੜਾਈ ਪੰਜਾਬ 'ਚ। ਹਾਲਾਂਕਿ ਉਹ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਕਾਲੇ ਬਹੁਤ ਸੀ, ਤਿਆਰ ਲੱਗਦੇ ਸੀ ਬੀਜੇਪੀ ਇਸ ਮਾਮਲੇ ਲਈ ਕਿ ਅਸੀਂ ਇਸ ਇਲੈਕਸ਼ਨਸ ਨੂੰ ਲੜਾਂਗੇ ਤੇ ਥੋੜ੍ਹੀ ਜਿਹੀ ਫਾਈਟ ਵੀ ਦੇਵਾਂਗੇ। ਕਰੜੀ ਟੱਕਰ ਦੇਣ ਦੀ ਗੱਲ ਜ਼ਰੂਰ ਕਰ ਰਹੇ ਸੀ, ਪਰ ਉਹ ਜਿਹੜੀ ਟੱਕਰ ਦੇਣ ਦੀ ਗੱਲ ਸੀ ਉਹ ਉਦੋਂ ਸੀ, ਜੇ ਉਹਨੂੰ ਅਸੀਂ ਪਿੱਛੇ ਲੈ ਜਾਈਏ ਤਾਂ 7, 8, 10 ਮਹੀਨੇ ਪਹਿਲਾਂ, ਜਦੋਂ ਤੱਕ ਪੰਜਾਬ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਸ਼ੋਰਗੁਲ ਜਿਹੜਾ ਆ ਉਹ ਨਹੀਂ ਹੋਇਆ ਸੀ। ਮੈਂ ਆਪਣੇ ਇਸ ਗੱਲ ਦੇ ਵਿੱਚ ਦੁਬਾਰਾ ਜੇ ਇਹਨੂੰ ਇਸ ਗੱਲ ਨੂੰ ਐਡ ਕਰਾਂ, ਤੇ ਜੇ ਇਹ ਇਲੈਕਸ਼ਨਸ ਉਸ ਟਾਈਮ ਦੇ ਉੱਤੇ ਹੋਈਆਂ ਹੁੰਦੀਆਂ, ਜਾਂ ਹਾਈਪੋਥੈਟੀਕਲ ਗੱਲ ਆ ਵੈਸੇ ਤਾਂ, ਕਿ ਜੇ ਇੱਦਾਂ ਹੋਇਆ ਹੁੰਦਾ ਤਾਂ ਇੱਦਾਂ ਹੁੰਦਾ, ਜੇ ਦਾ ਕੋਈ ਉਹਦਾ ਅਰਥ ਨਹੀਂ ਹੈਗਾ, ਪਰ ਫਿਰ ਵੀ ਜਦੋਂ ਅਸੀਂ ਗੱਲਾਂ ਨੂੰ ਵਿਸਤਾਰ ਦਿੰਦੇ ਹਾਂ ਤੇ ਜਾਂ ਅਸੀਂ ਇਹਨਾਂ ਚੀਜ਼ਾਂ ਦਾ ਐਨਾਲਿਸਿਸ ਕਰਦੇ ਹਾਂ, ਤੇ ਜੇਕਰ ਇਲੈਕਸ਼ਨਸ ਇਹਨਾਂ ਕਾਨੂੰਨਾਂ ਤੋਂ ਪਹਿਲਾਂ ਹੋਈਆਂ ਹੁੰਦੀਆਂ ਜਾਂ ਇਹ ਵਾਲਾ ਮਸਲਾ ਨਾ ਹੁੰਦਾ, ਤੇ ਯਕੀਨਨ ਜਿਹੜੀ ਬੀਜੇਪੀ ਦੀ ਬਿਸਾਤ ਸੀ ਉਹ ਕਿਤੇ ਹੋਰ ਤਰੀਕੇ ਨਾਲ ਵਿਛੀ ਹੋਈ ਹੋਣੀ ਸੀ, ਤੇ ਉਹਦੇ ਰਿਜ਼ਲਟ ਵੀ ਕੁਝ ਨਾ ਕੁਝ ਵੱਖਰੇ ਜ਼ਰੂਰ ਹੋਣੇ ਸੀ। ਅੱਜ ਦੀਆਂ ਅਸੀਂ ਸਾਰੀਆਂ ਅਖਬਾਰਾਂ, ਸਾਰੀਆਂ ਖਬਰਾਂ, ਸਾਰੇ ਟੀਵੀ ਚੈਨਲਸ, ਸਾਰੇ ਐਕਸਪਰਟਸ ਦੀ ਜਿਹੜੀ ਰਾਏ ਆ ਉਹ ਇਸੇ ਗੱਲ ਦੇ ਉੱਤੇ ਟਿਕੀ ਹੋਈ ਆ ਕਿ ਪੰਜਾਬ ਦੇ ਵਿੱਚ ਜਿਹੜੇ ਰਿਜ਼ਲਟ ਆਏ ਆ ਉਹ ਕਿਸਾਨ ਵਿਰੋਧੀ ਕਾਨੂੰਨਾਂ ਕਰਕੇ ਹੀ ਬੀਜੇਪੀ ਜਿਹੜੀ ਆ ਇੱਥੇ ਪੂਰੇ ਤਰੀਕੇ ਨਾਲ ਹਾਰੀ ਆ ਤੇ ਪੰਜਾਬ ਦੇ ਹਾਸ਼ੀਏ 'ਚੋਂ ਲਗਭਗ ਬਾਹਰ ਹੋਣ ਵਾਲੀ ਸਥਿਤੀ 'ਤੇ ਪਹੁੰਚੀ ਹੈ। ਮੈਂ ਉਹਦੇ ਵਿੱਚ ਇਹ ਗੱਲ ਬਿਲਕੁਲ ਜੋੜਨੀ ਚਾਹੁੰਦਾ ਕਿ ਜੇ ਇਹ ਗੱਲ ਕਾਨੂੰਨ ਵਾਲੀ ਨਾ ਹੋਈ ਹੁੰਦੀ ਤੇ ਬੀਜੇਪੀ ਬਿਹਤਰ ਸਥਿਤੀ 'ਚ ਹੋਣੀ ਸੀ। ਇਸ ਦੇ ਨਾਲ ਕੁਝ ਹੋਰ ਵੀ ਗੱਲਾਂ ਨੇ।
ਸਭ ਤੋਂ ਪਹਿਲਾਂ ਤੇ ਆਪਾਂ ਰਿਜ਼ਲਟਸ ਦੀ ਗੱਲ ਕਰੀਏ, ਆਪਾਂ ਅੰਕੜਿਆਂ ਤੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਸਾਰੇ ਹੀ ਕੱਲ ਦੇ ਅੰਕੜੇ ਜਿਹੜੇ ਪਬਲਿਸ਼ ਹੋ ਗਏ ਆ, ਸਾਰਿਆਂ ਨੇ ਦੇਖ ਲਏ ਆਪਣੇ ਆਪਣੇ ਨਗਰ ਚੋਣਾਂ ਦੇ, ਆਪਣੇ ਆਪਣੇ ਨਗਰ ਨਿਗਮਾਂ ਦੇ। ਮੋਹਾਲੀ ਨਗਰ ਨਿਗਮ ਦੀ ਗੱਲ ਆ, ਉਹਦਾ ਵੀ ਰਿਜ਼ਲਟਸ ਮੇਰਾ ਖਿਆਲ ਆ ਹੋਰ ਥੋੜੀ ਦੇਰ ਤੱਕ ਡਿਸਪਲੇ ਹੋ ਜਾਣੇ ਆ, ਜਦੋਂ ਤੱਕ ਸਾਡਾ ਪ੍ਰੋਗਰਾਮ ਰਿਲੀਜ਼ ਹੋਣਾ ਤੇ ਉਹ ਆ ਗਏ ਹੋਣੇ ਆ। ਤੇ ਆਸ ਦੇ ਅਨੁਰੂਪ ਹਾਲਾਤ ਉੱਥੇ ਵੀ ਇਹੋ ਜਿਹੇ ਹੀ ਨੇ ਕਿ ਹੁਣ ਤੱਕ ਦੇ ਜੋ ਰੁਝਾਨ ਆਏ ਆ ਕਿ ਕਾਂਗਰਸ ਨੇ ਜਿਹੜੀ ਆ ਚੋਣ ਉੱਥੋਂ ਵੀ ਬਹੁਤ ਆਸਾਨੀ ਨਾਲ ਜਿੱਤ ਲੈਣੀ ਆ। ਸਾਰੇ ਦੇ ਸਾਰੇ ਨਗਰ ਨਿਗਮ ਜਿਹੜੇ ਉਹਨਾਂ ਕੋਲ ਹਾਜ਼ਰ ਹੋ ਜਾਣੇ, ਉਹਨਾਂ ਦੀ ਝੋਲੀ 'ਚ ਪੈ ਜਾਣੇ ਆ ਤੇ ਸਰਕਾਰ ਨੇ ਉੱਥੋਂ ਸਰਕਾਰ ਬਣਾ ਲੈਣੀ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕੱਲ੍ਹ ਦੀ ਜਿਹੜੀ ਕਾਂਗਰਸ ਦੀ ਪੰਜਾਬ ਦੀ ਹਾਈ ਕਮਾਂਡ ਆ ਜਾਂ ਪੰਜਾਬ ਕਾਂਗਰਸ ਆ, PPCC ਦੇ ਮੈਂਬਰ ਆ, ਪ੍ਰਦੇਸ਼ ਪ੍ਰਧਾਨ ਨੇ, ਮੁੱਖ ਮੰਤਰੀ ਸਾਹਿਬ ਨੇ, ਹਰ ਇੱਕ ਚੋਣ ਏਰੀਏ ਦੇ ਜਿਹੜੇ ਨੁਮਾਇੰਦੇ ਸੀ, ਚਾਹੇ ਉਹ ਮਿਨਿਸਟਰਸ ਨਹੀਂ, ਕਿਤੇ ਕਿਤੇ MLAs ਨੇ, ਉਹਨਾਂ ਸਾਰਿਆਂ ਨੇ ਆਪਣੇ ਆਪਣੇ ਬਿਆਨਾਂ ਦੇ ਵਿੱਚ ਇਹਨੂੰ ਪਾਰਟੀ ਦੀ ਜਿੱਤ ਕਿਹਾ। ਬਹੁਤਿਆਂ ਨੇ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਆ ਉਹਦਾ ਸਮਰਥਨ ਕੀਤਾ। ਕੁਝ ਰਟੇ ਰਟਾਏ ਬਿਆਨ ਆ, ਅਸੀਂ ਜਦੋਂ ਦੇ ਰਾਜਨੀਤੀ ਨੂੰ ਦੇਖਦੇ ਪੜ੍ਹਦੇ ਹਾਂ, ਜਦੋਂ ਦੀਆਂ ਖਬਰਾਂ ਸੁਣਦੇ ਹਾਂ, ਤੁਸੀਂ ਵੀ ਇਹ ਦੇਖਦੇ ਆ ਕਿ ਜਦੋਂ ਜਿਹੜਾ ਹਾਰ ਜਾਂਦਾ ਉਹ ਕਹਿੰਦਾ ਕਿ ਅਸੀਂ ਲੋਕਾਂ ਦੇ ਫਤਵੇ ਦਾ ਸਵਾਗਤ ਕਰਦੇ ਹਾਂ, ਜਿਹੜਾ ਜਿੱਤ ਜਾਂਦਾ ਉਹ ਕਹਿੰਦਾ ਕਿ ਲੋਕਾਂ ਨੇ ਸਾਡੀਆਂ ਨੀਤੀਆਂ ਤੇ ਮੋਹਰ ਲਾਈ ਆ। ਪਰ ਇਹ ਨੀਤੀਆਂ ਤੇ ਜਿਹੜੀ ਲੱਗਦੀ ਮੋਹਰ ਆ ਉਹ ਕਈ ਵਾਰੀ ਦਿਖਦੀ ਹੁੰਦੀ ਆ ਤੇ ਬਾਅਦ ਵਿੱਚ ਉਹਦੇ ਰਿਜ਼ਲਟਸ ਜਿਹੜੇ ਆ ਕੁਝ ਹੋਰ ਆਉਂਦੇ ਆ। ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਪਿਛਲੀ ਵਾਰ ਜਦੋਂ ਇਹੀ ਇਲੈਕਸ਼ਨਸ ਹੋਈਆਂ ਸੀ 16 ਦੇ ਵਿੱਚ, ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਤੇ ਉਦੋਂ ਵੀ ਇਹਨੂੰ ਸੈਮੀਫਾਈਨਲ ਦੇਖਿਆ ਜਾ ਰਿਹਾ ਸੀਗਾ ਕਿ 17 ਫਰਵਰੀ 'ਚ ਇਲੈਕਸ਼ਨਸ ਹੋਣੀਆਂ ਆ ਤੇ 16 'ਚ ਜਿਹੜੀਆਂ ਲੋਕਲ ਬਾਡੀ ਇਲੈਕਸ਼ਨਸ ਹੋ ਰਹੀਆਂ ਤੇ ਉਹਦੇ ਜਿਹੜੇ ਨਤੀਜੇ ਆ ਉਹ ਸਰਕਾਰ ਨੂੰ ਪ੍ਰਭਾਵਿਤ ਕਰਨਗੇ। ਤੇ ਉੱਥੋਂ ਉਦੋਂ ਵੀ ਜੋ ਹੋਇਆ ਸੀ ਉਹ ਤੁਹਾਨੂੰ ਯਾਦ ਹੋਣਾ ਕਿ BJP ਨੇ ਤੇ ਅਕਾਲੀ ਦਲ ਨੇ ਮਿਲ ਕੇ ਚੋਣ ਲੜੀ ਸੀ ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨਗਰ ਨਿਗਮ, ਨਗਰ ਪੰਚਾਇਤਾਂ ਤੇ ਮਿਊਨਿਸਪਲ ਜਿਹੜੀਆਂ ਹੈਗੀਆਂ ਕਾਉਂਸਲਸ ਉਹ ਜਿੱਤ ਲਈਆਂ ਸੀ। ਪਰ ਉਦੋਂ ਉਹਦੇ ਬਿਲਕੁਲ 1 ਸਾਲ ਬਾਅਦ ਜਦੋਂ 17 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਇਲੈਕਸ਼ਨ ਹੋਈਆਂ ਤੇ ਉਸ ਤੋਂ ਬਾਅਦ ਜਿਹੜੀ BJP ਸੀ ਉਹ ਦੂਜੇ ਨੰਬਰ ਤੇ, ਅਕਾਲੀ BJP ਜਿਹੜਾ ਗੱਠਜੋੜ ਸੀ ਉਹ ਤੀਜੇ ਨੰਬਰ ਤੇ ਚਲਾ ਗਿਆ ਸੀ। ਆਮ ਆਦਮੀ ਪਾਰਟੀ ਉਹਨਾਂ ਨੂੰ ਰਾਈਜ਼ ਕਰ ਗਈ ਸੀ ਤੇ ਕਾਂਗਰਸ ਨੇ ਤੇ ਬਿਲਕੁਲ ਲੋੜ ਤੋਂ ਜ਼ਿਆਦਾ ਇੰਨੀਆਂ ਸੀਟਾਂ ਇਹਨਾਂ ਨੂੰ ਭਵਿੱਖ ਦੇ ਭੂਤ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਕਦੇ ਨਹੀਂ ਸੀ ਮਿਲੀਆਂ ਜਿੰਨੀਆਂ 17 ਦੇ ਵਿੱਚ ਮਿਲੀਆਂ। ਸੋ ਜੇ ਕਾਂਗਰਸ ਇਸ ਖੁਸ਼ੀ ਦੇ ਵਿੱਚ ਆ ਸਾਰੀ ਦੀ ਸਾਰੀ ਹਾਈ ਕਮਾਂਡ ਕਿ ਇਹ ਜਿਹੜੀਆਂ ਇਲੈਕਸ਼ਨਸ ਆ ਇਹਨਾਂ ਨੇ ਉਹਨਾਂ ਨੂੰ ਬਹੁਤ ਵੱਡਾ ਫਤਵਾ ਦਿੱਤਾ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਕਿ ਕਾਂਗਰਸ ਨੇ ਸਾਰੀਆਂ ਹੀ ਸਾਰੀਆਂ ਸੀਟਾਂ ਜਿੱਤੀਆਂ। ਪਰ ਜੇ ਇਹਨਾਂ ਇਲੈਕਸ਼ਨਸ ਨੂੰ ਤੁਸੀਂ ਅਗਲੀਆਂ ਇਲੈਕਸ਼ਨਸ ਨਾਲ ਜੋੜ ਕੇ ਦੇਖਦੇ ਆ, ਹੋ ਸਕਦਾ ਆ ਉਹ ਕੁਝ ਇੱਦਾਂ ਦੀਆਂ ਹੋਣ, ਪਰ ਬਿਲਕੁਲ ਇੱਦਾਂ ਦੀਆਂ ਹੋਣ ਇਹਦੀ ਕਾਮਨਾ ਨਹੀਂ ਕੀਤੀ ਜਾ ਸਕਦੀ। ਉਹਦੇ ਲਈ ਮੇਰੇ ਕੋਲ ਕੁਝ ਕਾਰਨ ਨੇ। ਪਹਿਲਾਂ ਤਾਂ ਜਿਹੜੀਆਂ ਕਾਉਂਸਲਸ ਨੇ ਜਾਂ ਕਮੇਟੀਆਂ ਨੇ ਤੇ ਨਗਰ ਨਿਗਮ ਨੇ, ਇਹ ਸ਼ਹਿਰੀ ਇਲਾਕੇ ਦੇ ਨੇ, ਸਿਰਫ ਔਰ ਸਿਰਫ ਸ਼ਹਿਰਾਂ ਦੇ ਵਿੱਚ ਵੋਟਾਂ ਹੋਈਆਂ ਜੀ। ਉੱਥੇ ਵੀ ਕਿਸਾਨ ਵਿਰੋਧੀ ਕਾਨੂੰਨ ਹੀ ਮੁੱਖ ਮੁੱਦਾ ਛਾਏ ਰਹੇ। ਲੋਕਾਂ ਦਾ ਕੋਈ ਹੋਰ ਮੁੱਦਾ ਜਾਂ ਕੋਈ ਹੋਰ ਗੱਲ ਉਹਦੇ 'ਚ ਸ਼ਾਮਲ ਨਹੀਂ ਸਾਹਮਣੇ ਹੋਈ। ਅਕਾਲੀ ਤੇ BJP ਬਿਲਕੁਲ ਅਲੱਗ-ਅਲੱਗ ਹੋ ਕੇ ਪਹਿਲੀ ਵਾਰ ਲੜ ਰਹੇ ਸੀ। ਕੋਈ 20-25 ਸਾਲ ਦਾ ਇਹਨਾਂ ਦਾ ਗਠਬੰਧਨ ਸੀ। 22 ਸਾਲ ਬਾਅਦ ਸੁਣਿਆ ਕਿ ਇਹਨਾਂ ਦੀਆਂ ਇਲੈਕਸ਼ਨਸ ਇਹਨਾਂ ਨੇ ਅਲੱਗ-ਅਲੱਗ ਲੜੀਆਂ ਤੇ ਉਹਨਾਂ ਦੀਆਂ ਵੋਟਾਂ ਦਾ ਵੰਡ ਹੋਣਾ ਉਹ ਸਾਰਿਆਂ ਦੇ ਸਾਹਮਣੇ ਸੀ। ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਸੀ ਉਹਨਾਂ ਨੇ ਆਜ਼ਾਦ ਚੋਣ ਨਿਸ਼ਾਨ ਲਿਆ। ਦੋ ਘਟਨਾਵਾਂ ਦਾ ਜ਼ਿਕਰ ਇਹਦੇ 'ਚ ਹੋਣਾ ਜ਼ਰੂਰੀ ਆ। ਇੱਕ ਤੇ ਜੋਗਾ ਨਗਰ ਪੰਚਾਇਤ ਆ, ਉੱਥੇ ਸਾਰੇ ਦੇ ਸਾਰੇ ਜਿਹੜੇ ਮੈਂਬਰ ਸੀਗੇ ਉਹ ਕਮਿਊਨਿਸਟ ਪਾਰਟੀ ਤੋਂ ਜਿੱਤੇ ਆ। ਪੰਜਾਬ ਦੇ ਵਿੱਚ ਬਹੁਤ ਦੇਰ ਬਾਅਦ ਕਮਿਊਨਿਸਟ ਪਾਰਟੀ ਨੂੰ ਕਿਤੇ ਨਾ ਕਿਤੇ ਵੋਟਾਂ ਨਜ਼ਰ ਆਈਆਂ ਤੇ ਇੱਕ ਦੋ ਜਗ੍ਹਾ ਤੇ ਹੋਰ ਜਿੱਦਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੰਨੇ ਵੀ ਲੋਕ ਜਿਹੜੇ ਲੜੇ ਸੀ ਪਾਰਟੀ ਸਿੰਬਲਸ ਤੋਂ ਸਾਰੇ ਹੀ ਹਾਰੇ ਆ। ਸਾਰੇ ਦੇ ਸਾਰੇ ਸਿਰਫ ਔਰ ਸਿਰਫ ਆਜ਼ਾਦ ਹੀ ਜਿਹੜੇ ਬੰਦੇ ਸੀ ਉਹ ਜਿੱਤ ਕੇ ਸਾਹਮਣੇ ਆਏ ਆ। ਭਾਵੇਂ ਉਹ ਪਿੱਛੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਰਟੀ ਸਿੰਬਲਸ ਨਾਲ ਦੇ ਲੋਕਾਂ ਦੇ ਨਾਲ ਜੁੜੇ ਹੋਏ ਸੀ। ਕਿਹਾ ਜਾਂਦਾ ਕਿ ਉਹ ਸਾਰੇ ਕਾਂਗਰਸ ਦੇ ਸਮਰਥਨ ਤੇ ਸੀਗੇ, ਪਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇਲੈਕਸ਼ਨ ਲੜਨ ਤੋਂ ਪਹਿਲਾਂ ਇਹ ਡਰ ਜ਼ਰੂਰ ਸੀਗਾ ਕਿ ਜਿਹੜੀ ਲੋਕਾਂ ਦੇ ਵਿੱਚ ਵਿਰੋਧ ਆ ਉਹ ਕਿਸਾਨ ਕਾਨੂੰਨਾਂ ਨੂੰ ਲੈ ਕੇ ਸਾਰੀਆਂ ਰਾਜਸੀ ਧਿਰਾਂ ਲਈ ਆ ਜੀ। ਤੇ ਇੱਕ ਗੱਲ ਹੋਰ ਇਹ ਵੀ ਹੈਗੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਵਾਰ ਦੇ ਵਿੱਚ ਜਦੋਂ ਇਲੈਕਸ਼ਨਸ ਹੋਈਆਂ ਵਿਧਾਨ ਸਭਾ ਦੇ ਵਿੱਚ ਤੇ ਵੱਡੀ ਗਿਣਤੀ 'ਚ ਵੋਟਾਂ ਵੀ ਲੈ ਕੇ ਗਈ ਸੀ ਪਰਸੈਂਟੇਜ ਦੇ ਵਿੱਚ, ਤੇ ਉਹਨਾਂ ਦੇ ਨੰਬਰ ਆਫ MLAs ਵੀ ਕਾਫੀ ਆ। ਪਰ ਇਸ ਵਾਰ ਜਿਹੜਾ ਉਹਨਾਂ ਦਾ ਪ੍ਰਦਰਸ਼ਨ ਆ ਉਹ ਵੀ ਜਿਹੜਾ ਆ ਉਹ ਮਾਰਕ ਤੋਂ ਥੱਲੇ ਹੀ ਰਿਹਾ ਬਹੁਤ ਜ਼ਿਆਦਾ। ਤੇ ਉਹਨਾਂ ਨੂੰ ਵੀ ਦੇਖਣਾ ਪਊਗਾ ਕਿ ਉਹਨਾਂ ਦੀਆਂ ਜਿਹੜੀਆਂ ਕਮੀਆਂ ਸੀ ਤੇ ਕਾਰਨ ਸੀ ਉਹ ਕੀ ਨੇ। ਅਕਾਲੀ ਦਲ ਇਸ ਗੱਲ 'ਚ ਖੁਸ਼ ਜ਼ਰੂਰ ਹੋਊਗਾ ਕਿ ਅਸੀਂ ਦੂਜੇ ਨੰਬਰ ਤੇ ਆਏ ਆ, ਪਰ ਉਹਨਾਂ ਦੀ ਖੁਸ਼ੀ ਦਾ ਵੀ ਕੋਈ ਵੱਡਾ ਕਾਰਨ ਨਜ਼ਰ ਨਹੀਂ ਆਉਂਦਾ। ਉਹਨਾਂ ਦੀ ਲੀਡਰ ਇੱਕ ਦੇ ਮੈਂ ਬਿਆਨ ਸੁਣ ਰਿਹਾ ਸੀ, ਹਰਸਿਮਰਤ ਕੌਰ ਬਾਦਲ ਕੱਲ੍ਹ ਬੋਲ ਰਹੇ ਸੀ ਕਿ ਕਾਂਗਰਸ ਨੇ ਇਹ ਇਲੈਕਸ਼ਨ ਜਿਹੜੀਆਂ ਆ ਉਹ ਧੱਕੇ ਨਾਲ ਜਿੱਤੀਆਂ ਨੇ, ਡੰਡੇ ਦੇ ਜ਼ੋਰ ਨਾਲ ਜਿੱਤੀਆਂ ਨੇ, ਹਿੰਸਾ ਉਹਦੇ 'ਚ ਹੋਈ ਆ ਤੇ ਸਰਕਾਰੀ ਜ਼ਬਰ ਹੋਇਆ ਆ। ਇਹ ਬਹੁਤ ਸਾਰੇ ਜਿਹੜੇ ਪੱਕੇ ਰਟੇ ਰਟਾਏ ਬਿਆਨ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਲੋਕਤੰਤਰ ਦਾ ਘਾਣ ਹੋਇਆ ਆ। ਇੱਕ ਦੋ ਗੱਲਾਂ ਉਹਨਾਂ ਨੇ ਹੋਰ ਕੀਤੀਆਂ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਦੂਜੀਆਂ ਪਾਰਟੀਆਂ ਦੇ ਲੋਕ ਵੀ ਅਕਸਰ ਇੱਦਾਂ ਕਰਦੇ ਰਹਿੰਦੇ ਨੇ। ਇਹਨਾਂ ਗੱਲਾਂ ਨੂੰ ਥੋੜ੍ਹਾ ਜਿਹਾ
ਨੇੜੇ ਹੋ ਕੇ ਦੇਖਣ ਦੀ ਗੱਲ ਆ ਤੇ ਥੋੜੀ ਜਿਹੀਆਂ ਸ਼ਰਮਸਾਰ ਕਰਨ ਵਾਲੀਆਂ ਗੱਲਾਂ ਨੇ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਅਫਸਰ ਇਦਾਂ ਦੇ ਨੇ ਜਿਹੜੇ ਸਰਕਾਰ ਦੇ ਕਹਿਣ ਤੇ ਕੰਮ ਕਰ ਰਹੇ ਨੇ ਤੇ ਅਸੀਂ ਉਹਨਾਂ ਦਾ ਹਿਸਾਬ ਲਵਾਂਗੇ। ਮੈਨੂੰ ਇਹ ਨਹੀਂ ਸਮਝ ਲੱਗੀ ਵੀ ਕਿਹੜੀ ਅਦਾਲਤ ਜਿਹੜੀ ਕਿਸੇ ਪੋਲੀਟੀਕਲ ਪਾਰਟੀ ਨੇ ਲਾਈ ਹੁੰਦੀ ਆ ਕਿ ਜਦੋਂ ਉਹ ਜਿੱਤ ਜਾਣਗੇ ਤੇ ਉਹਨਾਂ ਅਫਸਰਾਂ ਦਾ ਹਿਸਾਬ ਕਰਨਗੇ। ਇਹ ਜਿਹੜੀ ਭਾਸ਼ਾ ਆ ਇਹਦੇ ਵਿੱਚ ਸੰਜਮ ਹੋਣਾ ਬਹੁਤ ਜ਼ਰੂਰੀ ਆ। ਲੋਕਤੰਤਰ ਸਿਸਟਮ ਆ, ਤੁਸੀਂ ਇਲੈਕਸ਼ਨ ਲੜੀਆਂ, ਤੁਸੀਂ ਇਲੈਕਸ਼ਨ ਹਾਰ ਗਏ ਤੇ ਤੁਸੀਂ ਇਹ ਕਿਉਂ ਕਹਿ ਰਹੇ ਆ ਕਿ ਜਦੋਂ ਵਕਤ ਆਊਗਾ ਤੇ ਅਸੀਂ ਹਿਸਾਬ ਕਰਾਂਗੇ। ਹਿਸਾਬ ਕਰਨ ਦਾ ਕੰਮ ਤਾਂ ਤੁਹਾਡਾ ਨਹੀਂ ਹੈਗਾ, ਹਿਸਾਬ ਤੇ ਲੋਕਾਂ ਨੇ ਕਰ ਦਿੱਤਾ। ਤੇ ਜੇ ਤੁਹਾਨੂੰ ਲੱਗਦਾ ਕਿ ਕਿਸੇ ਆਫੀਸਰ ਨੇ ਕੁਝ ਗਲਤ ਕੀਤਾ ਤਾਂ ਕੋਰਟਸ ਆਰ ਦੇਅਰ, ਤੁਸੀਂ ਅਦਾਲਤ ਦਾ ਸਹਾਰਾ ਲਓ। ਤੇ ਲੋਕਾਂ ਨੂੰ ਤੁਸੀਂ ਆਪਣੇ ਜਾਬਰ ਹੋਣ ਦਾ ਸਬੂਤ ਕਿਉਂ ਦਿੰਦੇ ਆ? ਤੁਸੀਂ ਆਪਣੇ ਤਾਕਤਵਰ ਹੋਣ ਦੀ ਕਿਉਂ ਗੱਲ ਕਰਦੇ ਆ? ਅਕਸਰ ਸੁਖਬੀਰ ਸਿੰਘ ਬਾਦਲ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਕੁਝ ਹੋਰ ਲੀਡਰ ਹੋਣ, ਉਹ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ, ਜਦੋਂ ਕਿਤੇ ਤਕਰੀਰ ਕਰਦੇ ਨੇ, ਰੈਲੀ ਕਰਦੇ ਨੇ ਤੇ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਮੈਂ ਡੈਰੀ ਲਾ ਲਈ ਆ ਅਤੇ ਉਹਨਾਂ ਅਫਸਰਾਂ ਤੋਂ ਹਿਸਾਬ ਲਿਆ ਜਾਊਗਾ। ਪਰ ਲੋਕਾਂ ਨੇ ਜਿਹੜਾ ਹਿਸਾਬ ਕੀਤਾ ਆ, ਮੈਨੂੰ ਉਹਦੇ 'ਚ ਫਿਰ ਇੱਕ ਵਾਰੀ ਦੁਬਾਰਾ ਉਸ ਗੱਲ ਨੂੰ ਆਉਣਾ ਕਿ ਮੈਨੂੰ ਨਹੀਂ ਲੱਗਦਾ ਕਿ ਸਿਰਫ ਔਰ ਸਿਰਫ ਕਾਂਗਰਸ ਇਸ ਇਲੈਕਸ਼ਨਸ ਨੂੰ ਜਿੱਤੀ ਆ। ਇਸ ਇਲੈਕਸ਼ਨ ਦੇ ਵਿੱਚ ਕਿਸਾਨਾਂ ਨੇ ਜਿਹੜੇ ਅੰਦੋਲਨ ਸੀਗਾ ਉਹਦਾ ਨੁਕਸਾਨ ਬੀਜੇਪੀ ਨੂੰ ਭਰਨਾ ਪਿਆ। ਅਕਾਲੀ ਦਲ ਦੇ ਖੁਸ਼ ਹੋਣ ਵਾਲੀ ਗੱਲ ਨਹੀਂ ਹੈਗੀ। ਤੇ ਇਹ ਜੇ ਅਕਾਲੀ ਦਲ ਦੀ ਕੁਝ ਗੱਲਬਾਤ ਹੁੰਦੀ ਪਿਛਲੇ 4 ਸਾਲਾਂ 'ਚ, ਉਹਨਾਂ ਦਾ ਆਧਾਰ ਕਿਤੇ ਵਧਿਆ ਹੁੰਦਾ ਤੇ ਉਹਨਾਂ ਦੇ ਹਿੱਸੇ 'ਚ ਕੁਝ ਵੱਧ ਸੀਟਾਂ ਹੋਰ ਆਈਆਂ ਹੁੰਦੀਆਂ। ਜੀ ਸ਼ਰਮਾ ਜੀ, ਹੋਰ ਵੀ ਬਹੁਤ ਸਾਰੇ ਮੁੱਦੇ ਨੇ ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪਿਛਲੇ ਕੁਝ ਦਿਨਾਂ 'ਚ ਲੋਕ ਭਾਜਪਾ ਨੂੰ ਭੱਜਪਾ ਕਹਿਣਾ ਸ਼ੁਰੂ ਕਰਤਾ ਸੀ ਲੋਕਾਂ ਨੇ, ਤੇ ਕੱਲ ਇਹਨਾਂ ਦੀ ਸੱਚੀ ਸਿਚੁਏਸ਼ਨ ਜਿਹੜੀ ਭੱਜਪਾ ਵਾਲੀ ਹੋ ਗਈ। ਲੋਕ ਤਾਂ ਇਹ ਵੀ ਕਹਿ ਰਹੇ ਸੀ ਵੀ ਦੋਧੀਆਂ ਦੀ ਗੜਵੀਆਂ ਵਾਂਗੂ ਮਾਂਜੇ ਗਏ ਨੇ ਕੱਲ ਦੇ। ਜੀ ਬਿਲਕੁਲ ਜੀ, ਜਿਹਨੂੰ ਹੁੰਜਾ ਫਿਰ ਜਿੱਤ ਕਹਿੰਦੇ ਆ ਜਾਂ ਅਸੀਂ ਕਹਿੰਦੇ ਹਾਂ ਕਿ ਵਿਰੋਧੀ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ, ਕੋਈ ਵੀ ਸੀਟ ਨਹੀਂ ਮਿਲੀ। ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤੇ 2 ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ, ਸੋਮ ਪ੍ਰਕਾਸ਼ ਜੀ ਹੁਸ਼ਿਆਰਪੁਰ ਤੋਂ ਤੇ ਸਨੀ ਦਿਓਲ ਜਿਹੜੇ ਬਹੁਤ ਚਰਚਾ 'ਚ ਰਹੇ ਨੇ ਗੁਰਦਾਸਪੁਰ ਤੋਂ। ਤੇ ਗੁਰਦਾਸਪੁਰ ਤੋਂ ਤਾਂ ਇੱਕ ਵੀ ਸੀਟ ਨਹੀਂ ਮਿਲੀ, ਜਦ ਕਿ ਜਦੋਂ ਅਸੀਂ ਗੁਰਦਾਸਪੁਰ ਸ਼ਹਿਰੀ ਦਾ ਅੰਕਲਨ ਕਰਦੇ ਰਹੇ ਹਾਂ ਤੇ ਇਹ ਹਿੰਦੂ ਬਹੁਲ ਖੇਤਰ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਬੀਜੇਪੀ ਨਾਲ ਜੁੜੇ ਵੀ ਹੋਏ ਨੇ। ਸਾਡੇ ਆਪਣੇ ਕੁਝ ਵਾਕਫ ਲੋਕ ਉੱਥੇ ਰਹਿੰਦੇ ਨੇ। ਬਹੁਤ ਸਾਰੀਆਂ ਵੋਟਾਂ ਸਨੀ ਦਿਓਲ ਦੇ ਟਾਈਮ ਤੇ ਉੱਥੇ ਪੈਂਦੀਆਂ ਰਹੀਆਂ। ਉਸ ਤੋਂ ਪਹਿਲਾਂ ਵੀ ਵਿਨੋਦ ਖੰਨਾ ਇੱਕ ਐਕਟਰ ਸੀ, ਉਹ ਵੀ ਬੀਜੇਪੀ ਤੋਂ ਇੱਥੇ MP ਬਣਦੇ ਰਹੇ। ਪਰ ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਜਿਹੜੀ ਵਿਰੋਧਤਾ ਬੀਜੇਪੀ ਦੀ ਆ, ਉਹ ਸਿਰਫ ਔਰ ਸਿਰਫ ਉਹਨਾਂ ਕਿਸਾਨ ਅੰਦੋਲਨ ਦੇ ਵਿੱਚੋਂ ਹੀ ਨਿਕਲੀ ਹੈ। ਤੇ ਉਹ ਸਥਿਤੀ ਜਿਹੜੀ ਆ ਭਾਜਪਾ ਵਾਲੀ ਹੀ ਬਣੀ ਹੋਈ ਸੀ। ਸਿਰਫ ਔਰ ਸਿਰਫ ਪਠਾਨਕੋਟ ਤੋਂ, ਜਿੱਥੋਂ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ ਬੀਜੇਪੀ ਦੇ, ਉੱਥੇ ਇੱਕ ਹਾਲਾਤ ਇਦਾਂ ਦੇ ਬਣੇ ਆ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ 'ਚ ਦਿਖੇ ਆ ਜਾਂ ਕੁਝ ਟਾਈਮ ਤੱਕ ਅੱਧੀਆਂ ਕੁ ਸੀਟਾਂ ਤੇ ਉਹਨਾਂ ਦਾ ਜਿਹੜਾ ਸੀ ਨਜ਼ਰ ਬੀਜੇਪੀ ਦਾ ਨਿਸ਼ਾਨ ਕਿਤੇ ਨਾ ਕਿਤੇ ਆ ਰਿਹਾ ਸੀ। ਤੇ ਕੁਝ ਕਾਉਂਸਲਰ ਉੱਥੇ ਜਿੱਤੇ ਵੀ ਨੇ ਜਿੱਥੇ ਉਹ ਵਿਰੋਧੀ ਧਿਰ ਦੀ ਭੂਮਿਕਾ 'ਚ ਹੀ ਨਜ਼ਰ ਆਉਣਗੇ। ਤੇ ਪੂਰੇ ਜੇ ਪੰਜਾਬ ਦੀਆਂ ਸੀਟਾਂ ਦੀ ਆਪਾਂ ਗੱਲ ਕਰੀਏ ਤੇ ਜੇ ਆਪਾਂ ਪਰਸੈਂਟੇਜ ਦੇਖੀਏ ਤਾਂ ਮੇਰਾ ਖਿਆਲ 2% ਸੀਟਾਂ ਉਹਨਾਂ ਨੇ ਜਿਹੜੀਆਂ ਆ ਜਿੱਤੀਆਂ। ਹੁਸ਼ਿਆਰਪੁਰ ਦੇ ਹਾਲਾਤ, ਜਦੋਂ ਅਸੀਂ ਹੁਸ਼ਿਆਰਪੁਰ ਦੀ ਗੱਲ ਕਰਦੇ ਹਾਂ, ਹੁਸ਼ਿਆਰਪੁਰ ਤੋਂ ਪੰਜਾਬ ਵਿਧਾਨ ਸਭਾ 'ਚ ਮੈਂਬਰ ਰਹੇ ਨੇ ਤੇ ਉਹ ਮਿਨਿਸਟਰ ਵੀ ਰਹੇ ਨੇ ਤੀਕਸ਼ਣ ਸੂਦ। ਜਦੋਂ ਉਹਨਾਂ ਦੇ ਘਰ ਦੇ ਅੱਗੇ ਕੁਝ ਲੋਕਾਂ ਨੇ ਵਿਰੋਧ ਦੇ ਮਾਮਲੇ 'ਚ ਗੋਹੇ ਦੀ ਟਰਾਲੀ ਸੁੱਟੀ ਸੀ ਤੇ ਉਹ ਬੜੇ ਚਰਚਾ 'ਚ ਆਏ ਸੀ। ਉਸ ਤੋਂ ਪਹਿਲਾਂ ਵੀ ਤੀਕਸ਼ਣ ਸੂਦ ਇੱਕ ਟਾਈਮ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਮਿਨਿਸਟਰੀ ਵਿੱਚ ਦੂਜੇ ਨੰਬਰ ਦੇ ਮੰਤਰੀ ਸਮਝੇ ਜਾਂਦੇ ਸੀ। ਪੇਸ਼ੇ ਤੋਂ ਵਕੀਲ ਨੇ, ਬਹੁਤ ਸੁਲਝੇ ਹੋਏ ਲੀਡਰ ਨੇ, ਸ਼ਹਿਰ ਦੇ ਵਿੱਚ ਚੰਗਾ ਅਸਰ ਰਸੂਖ ਵੀ ਸੀ। ਉਹਨਾਂ ਦੀ ਵਾਈਫ ਦਾ ਚੋਣ ਹਾਰ ਜਾਣਾ ਵੀ ਇਸ ਗੱਲ ਦਾ ਜਿਹੜਾ ਸਬੂਤ ਆ। ਤੇ ਜੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤੇ ਸਿਰਫ ਮੇਰਾ ਖਿਆਲ 3 ਜਾਂ 4 ਕਾਉਂਸਲਰ ਉੱਥੇ ਬੀਜੇਪੀ ਤੋਂ ਜਿੱਤੇ ਨੇ। ਬਹੁਤ ਹੀ ਯੰਗ ਪ੍ਰਧਾਨ ਬਣਾਏ ਸੀ ਜ਼ਿਲ੍ਹੇ ਤੋਂ ਨਿਪੁਨ ਸ਼ਰਮਾ, ਬੜੇ ਯੂਥ ਦੇ ਆਈਕਨ ਨੇ, ਨੌਜਵਾਨ ਨੇ, ਉਹਨਾਂ ਨੂੰ ਇੱਥੇ ਪ੍ਰਧਾਨ ਬਣਾਇਆ ਸੀ ਤੇ ਬੜਾ ਜੋਸ਼ ਖਰੋਸ਼ ਨਾਲ ਉਹਨਾਂ ਨੇ ਸਾਰਾ ਕੰਮ ਵੀ ਦੇਖਿਆ ਸੀ। ਪਰ ਜੋ ਰਿਜ਼ਲਟ ਆ ਉਹ ਕਿਸਾਨ ਅੰਦੋਲਨ ਨੇ ਜਿਹੜਾ ਭਾਜਪਾ ਨੂੰ ਦਿਖਾਇਆ ਹੈ, ਉਸ ਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਰਾਜਨੀਤੀ ਨਾਲ ਨਾ ਜੋੜ ਕੇ ਲੋਕ ਲਹਿਰ ਦੀ ਗੱਲ ਕਰਦੇ ਤੇ ਲੋਕ ਵਿਰੋਧ ਹੋ ਗਏ ਉਸ ਗੱਲ ਦੇ ਵਿੱਚ, ਤੇ ਉਸ ਦਾ ਜਿਹੜਾ ਨਤੀਜਾ ਬੀਜੇਪੀ ਨੂੰ ਸਾਹਮਣੇ ਨਜ਼ਰ ਆਇਆ। ਜੀ ਸ਼ਰਮਾ ਜੀ, ਗੁਰਦਾਸਪੁਰ ਦੇ ਵਿੱਚ ਤੇ ਸੱਚੀ ਕਾਂਗਰਸ ਨੂੰ ਸ਼ਾਨਦਾਰ ਜਿਹੜੀ ਉਹ ਜਿੱਤ ਮਿਲੀ ਹੈ। 29 ਦੀਆਂ 29 ਸੀਟਾਂ ਹੀ ਲੈ ਗਏ ਨੇ। ਕੀ ਇਹ ਜਿੱਤ ਦੀ ਹਨੇਰੀ ਕਾਂਗਰਸ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਬਰਕਰਾਰ ਰਹੂਗੀ? ਦੇਖੋ ਜੀ, ਕਾਂਗਰਸ ਹੁਣ ਦੀ ਦੇਸ਼ ਸਥਿਤੀ ਦੇ ਵਿੱਚ ਤਾਂ ਇਹ ਸੋਚ ਕੇ ਬੈਠੀ ਆ ਕਿ ਅਸੀਂ ਬਿਲਕੁਲ ਅਗਲੀ ਵਾਰ ਜਿਹੜੀਆਂ ਇਲੈਕਸ਼ਨਸ ਆ ਸਾਰੀਆਂ ਦੀਆਂ ਸਾਰੀਆਂ ਜਿੱਤ ਲਵਾਂਗੇ। ਮੇਰੀ ਪਿੱਛੇ ਜਿਹਾ ਇੱਕ ਦਿਨ ਕਿਸੇ ਫੰਕਸ਼ਨ ਤੇ ਸੀਗੇ ਤੇ ਉੱਥੇ ਕਿਸੇ ਬੰਦੇ ਨਾਲ ਗੱਲ ਹੋਈ ਜਿਹੜਾ ਕਿ ਸੈਕਟਰੀਏਟ ਦੇ ਵਿੱਚ ਕਿਸੇ ਪੋਸਟ ਤੇ ਆ। ਮੈਂ ਉਹਨੂੰ ਪੁੱਛਿਆ ਕਿ ਸਰਕਾਰ ਅੱਜ ਕੱਲ੍ਹ ਕੀ ਕਰ ਰਹੀ ਹੈ। ਉਹ ਕਹਿੰਦਾ ਜੀ ਤੁਸੀਂ ਜਰਨਲਿਜ਼ਮ 'ਚ ਹੋ, ਤੁਸੀਂ ਅਖਬਾਰਾਂ ਪੜ੍ਹਦੇ ਹੋ, ਤੁਹਾਨੂੰ ਲੱਗਦਾ ਹੀ ਆ ਕਿ ਸਰਕਾਰ ਕੀ ਕਰ ਰਹੀ ਹੈ। ਮੈਂ ਕਿਹਾ ਨਹੀਂ, ਤੁਸੀਂ ਉੱਥੇ ਹੋ, ਤੁਸੀਂ ਦੱਸੋ। ਉਹ ਕਹਿੰਦਾ ਜੀ ਸਰਕਾਰ ਜਿਹੜੀ ਆ ਉਹ ਬੜੇ ਆਰਾਮ ਨਾਲ ਕੁਰਸੀ ਤੇ ਬੈਠੀ ਆ ਤੇ ਧੁੱਪ ਸੇਕ ਰਹੀ ਆ। ਮੈਂ ਕਿਹਾ ਕੰਮ ਕਰ, ਕਹਿੰਦਾ ਕੰਮ ਕਰਨ ਦੀ ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦੀ ਲੋੜ। ਅਕਾਲੀ ਤੇ ਬੀਜੇਪੀ ਵੱਖਰੇ ਵੱਖਰੇ ਹੋ ਗਏ ਨੇ, ਵੋਟਾਂ ਜਿਹੜੀਆਂ ਵੰਡੀਆਂ ਗਈਆਂ ਨੇ।
ਕਿਸਾਨ ਅੰਦੋਲਨ ਨੇ ਕਾਂਗਰਸ ਨੂੰ ਬਹੁਤ ਚੰਗਾ ਮੁੱਦਾ ਦੇ ਦਿੱਤਾ ਤੇ ਉਹਨਾਂ ਨੇ ਕਿਸਾਨ ਪੱਖੀ ਹੋਣ ਦੀ ਭੂਮਿਕਾ ਵੀ ਨਿਭਾਈ ਆ ਜੀ। ਪੰਜਾਬ ਦੇ ਵਿੱਚ ਇਸ ਅੰਦੋਲਨ ਨੂੰ ਪਨਪਣ ਦੇਣਾ, ਤਕੜਾ ਹੋ ਲੈਣ ਦੇਣਾ ਤੇ ਕਿਸੇ ਵੀ ਕਿਸਮ ਦੀ ਕਿਸਾਨਾਂ ਨੂੰ ਰੋਕ ਨਾ ਦੇਣੀ। ਇਹਨਾਂ ਹੀ ਮੁੱਦਿਆਂ ਨੂੰ ਜਿਹੜੇ ਵਿਧਾਨ ਸਭਾ ਦੇ ਵਿੱਚ ਉਹਨਾਂ ਬਿੱਲ ਨੂੰ ਪੇਸ਼ ਕਰਕੇ ਤੇ ਉਹਨਾਂ ਨੂੰ ਖਾਰਜ ਕਰ ਦੇਣਾ। ਫਿਰ ਕਿਸਾਨਾਂ ਦੀ ਮਦਦ ਲਈ ਕਿਸੇ ਵੀ ਤਰੀਕੇ ਨਾਲ ਅੱਜ ਤੱਕ ਪੰਜਾਬ ਸਰਕਾਰ ਨੇ ਕਿਸੇ ਵੀ ਕਿਸਾਨ ਨੂੰ ਰੋਕਿਆ ਨਹੀਂ। ਉਹਨਾਂ ਨੇ ਚਾਹੇ ਜੋ ਵੀ ਕੀਤਾ। ਬਾਅਦ ਵਿੱਚ ਉਹਨਾਂ ਨੇ ਕੈਪਟਨ ਸਾਹਿਬ ਨੇ 1-2 ਵਾਰ ਕਿਹਾ ਜ਼ਰੂਰ ਆ ਕਿ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਓ, ਟਾਵਰ ਨਾ ਤੋੜੋ ਜਾਂ ਕੁਝ ਜਿਹਾ ਨਾ ਕਰੋ, ਪਰ ਹਾਲੇ ਵੀ ਪੰਜਾਬ ਦੇ ਵਿੱਚ ਜਿਹੜੇ ਵੱਡੇ ਉਦਯੋਗ ਘਰਾਣੇ ਆ ਜਿਨ੍ਹਾਂ ਦਾ ਇਹਨਾਂ ਬਿੱਲਾਂ ਦੇ ਵਿੱਚ ਫਾਇਦਾ ਨਜ਼ਰ ਆਉਂਦਾ ਹੈ ਉਹ ਬੰਦ ਪਏ ਨੇ। ਤੇ ਪੰਜਾਬ ਸਰਕਾਰ ਇਸ ਮੁਗਾਲਤੇ 'ਚ ਜ਼ਰੂਰ ਆ ਕਿ ਅਗਲੀ ਜਿਹੜੀ 2022 ਦੀ ਜਿਹੜੀ ਹੈਗੀ ਆ ਚੋਣ ਆ ਉਹ ਜਿੱਤ ਲਈ ਜਾਊਗੀ ਤੇ ਜੇ ਹਾਲਾਤ ਇਦਾਂ ਦੇ ਰਹਿੰਦੇ ਤੇ ਜਿੱਤ ਵੀ ਜਾਣਗੇ। ਪਰ ਜਿਹੜੀ ਰਾਜਨੀਤੀ ਆ ਉਹ ਪ੍ਰਸਥਿਤੀਆਂ ਦੀ ਖੇਲ ਆ ਸਵਲੀਨ ਜੀ। ਅਗਲੇ ਮਹੀਨੇ ਕੋਈ ਹੋਰ ਘਟਨਾ ਘਟ ਜਾਏ, ਕੋਈ ਕਹਾਣੀ ਕਿਸੇ ਹੋਰ ਪਾਸੇ ਵਿਗੜ ਜਾਏ, ਰਾਜਨੀਤਿਕ ਪਾਰਟੀਆਂ ਦਾ ਗੱਠਜੋੜ ਕਿਹਦਾ ਕਿੱਧਰ ਨੂੰ ਹੁੰਦਾ ਉਹਦੇ ਬਾਰੇ ਕਹਿਣਾ ਕੁਝ ਮੁਸ਼ਕਿਲ ਆ। ਪਰ ਪਿਛਲੀ ਵਾਰ ਜਦੋਂ 12 'ਚ ਇਲੈਕਸ਼ਨ ਹੋਈ ਉਦੋਂ ਤੋਂ ਪਹਿਲਾਂ ਤੱਕ ਇਹ ਬਿਲਕੁਲ ਸਾਫ਼ ਸੀ ਪੰਜਾਬ 'ਚ ਕਿ ਇੱਥੇ ਰੈਪੀਟੇਸ਼ਨ ਹੁੰਦੀ ਰਹਿੰਦੀ ਹੈ। ਇੱਕ ਪਾਰਟੀ ਦੀ ਸਰਕਾਰ ਬਣਦੀ ਆ, ਅਗਲੀ ਵਾਰ ਦੂਜੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ। ਤੇ ਕੈਪਟਨ ਸਾਹਿਬ ਬਹੁਤ ਆਸਵਾਨ ਸੀਗੇ ਕਿ 12 'ਚ ਵੀ ਇਹਨਾਂ ਦੀ ਸਰਕਾਰ ਬਣਨੀ ਆ, ਪਰ ਉੱਦਾਂ ਹੋਇਆ ਨਹੀਂ। ਜਦ ਕਿ ਖਬਰਾਂ ਇਹ ਵੀ ਸੀਗੀਆਂ ਕਿ ਅੰਮ੍ਰਿਤਸਰ ਦੇ ਹੋਟਲ 'ਚ ਬੈਠੇ ਅਸੀਂ ਕਿਸੇ ਫੰਕਸ਼ਨ ਲਈ ਤੇ ਉੱਥੇ ਕੁਝ ਪੱਤਰਕਾਰ ਭਾਈਚਾਰੇ ਇਹਨਾਂ ਨੂੰ ਮਿਲਣ ਗਿਆ ਸੀ, ਕੋਈ ਸੀਨੀਅਰ ਪੱਤਰਕਾਰ ਸੀ ਤੇ ਰਾਦਰ ਦੈਨ ਕੈਪਟਨ ਸਾਹਿਬ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਇੱਕ ਕਾਗਜ਼ ਲੈ ਕੇ ਤੇ ਸਾਰੀ ਦੀ ਸਾਰੀ ਕੈਬਨਿਟ ਉਲੀਕ ਲਈ ਸੀ ਕਿ ਇਹਨੂੰ ਅਸੀਂ ਇਹ ਮੰਤਰੀ ਬਣਾਉਣਾ ਤੇ ਇਹਨੂੰ ਅਸੀਂ ਉਹ ਮੰਤਰੀ ਬਣਾਉਣਾ। ਤੇ ਜਦੋਂ ਦੂਜੇ ਦਿਨ ਰਿਜ਼ਲਟ ਆਏ ਸੀ ਤੇ ਰਿਜ਼ਲਟ ਕੁਝ ਹੋਰ ਸੀ। ਹੁਣ ਉਹ ਇਸ ਗੱਲ ਲਈ ਬਹੁਤ ਆਸਵਾਨ ਨੇ ਕਿ 2022 ਦੇ ਵਿੱਚ ਜਿਹੜੀ ਕਾਂਗਰਸ ਆ ਉਹ ਇਸ ਮਿੱਥ ਨੂੰ ਤੋੜ ਦਊਗੀ, ਕਿਉਂਕਿ ਅਕਾਲੀ ਇੱਕ ਵਾਰ ਤੋੜ ਚੁੱਕਿਆ। ਉਹ 2 ਵਾਰ ਲਗਾਤਾਰ ਸਰਕਾਰ ਬਣਾ ਚੁੱਕਿਆ, 7 ਤੋਂ 12 ਤੇ 12 ਤੋਂ 17 ਤੇ 17 ਤੋਂ 22 ਤੇ ਕਾਂਗਰਸ ਕੋਲ ਹੈ। ਤੇ ਇਹ ਬਹੁਤ ਆਸ਼ਾਵਾਨ ਨੇ ਕਿ 22 ਤੋਂ 27 ਵੀ ਕਾਂਗਰਸ ਹੀ ਸਰਕਾਰ ਬਣਾਊਗੀ। ਪਰ ਦੇਖਣਾ ਇਹ ਬਣੂਗਾ ਕਿ ਜੇ ਕਾਂਗਰਸ ਇਕਜੁੱਟ ਰਹੇਗੀ ਤਦ, ਕਿਉਂਕਿ ਕਾਂਗਰਸ ਦੇ ਵਿੱਚ ਹੀ ਕੁਝ ਇਹੋ ਜਿਹੇ ਧੜੇ ਵੀ ਸਰਗਰਮ ਨੇ ਤੇ ਆਉਣ ਵਾਲੀਆਂ ਇਲੈਕਸ਼ਨ ਜਿਹੜੀਆਂ ਆ ਉਹ ਹੋ ਸਕਦਾ ਹੈ ਕਾਂਗਰਸ ਦੀਆਂ ਵਿਰੋਧੀ ਜਿਹੜੇ ਕਮਜ਼ੋਰ ਹੋਣ, ਪਰ ਕਿਤੇ ਕਾਂਗਰਸ ਵਰਸਸ ਕਾਂਗਰਸ ਨਾ ਹੋ ਜਾਏ ਇਹ ਇਲੈਕਸ਼ਨ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਦੀ ਜੀ। ਇਹਨਾਂ ਦੀ ਇੱਕ ਹੋਰ ਵੀ ਗੱਲ ਪਤਾ ਲੱਗੀ ਹੈ ਕਿ ਹਰੀਸ਼ ਰਾਵਤ ਜਿਹੜੇ ਨੇ ਕੈਪਟਨ ਨੂੰ ਮਿਲੇ ਨੇ ਬੀਤੇ ਦਿਨੀ ਤੇ ਸਿੱਧੂ ਦੀ ਕਿਸੇ ਮੁੱਦੇ ਨੂੰ ਲੈ ਕੇ ਮਿਲੇ ਨੇ। ਕੀ ਉਹਨਾਂ ਨੂੰ ਕੋਈ ਵੱਡਾ ਅਹੁਦਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਨਵਜੋਤ ਸਿੰਘ ਸਿੱਧੂ ਵੱਡੇ ਕ੍ਰਿਕਟਰ ਸੀ, ਫਿਰ ਵੱਡੇ ਐਂਕਰ ਬਣੇ ਟੀਵੀ ਤੇ, ਉਹਨਾਂ ਦਾ ਬਹੁਤ ਲੰਬਾ ਚੌੜਾ ਕੰਮ ਰਿਹਾ, ਕਮੈਂਟੇਟਰ ਵੀ ਰਹੇ, ਰਾਜਨੀਤੀ 'ਚ ਵੀ ਉਹਨਾਂ ਨੇ ਵੱਡੀ ਪਾਰੀ ਖੇਡੀ ਆ। ਪਰ ਹੁਣ ਇਦਾਂ ਲੱਗਦਾ ਜਿੱਦਾਂ ਉਹ ਕਿਤੇ ਨਾ ਇਨਕਨਸਿਸਟੈਂਸੀ ਦਾ ਸ਼ਿਕਾਰ ਆ। ਲਗਾਤਾਰਤਾ ਜਿਹੜੀ ਉਹਨਾਂ ਦੇ ਕਰੈਕਟਰ ਦੇ ਵਿੱਚ ਹੈਗੀ ਨਾ, ਉਹਨਾਂ ਦੀ ਪ੍ਰੋਪਰਟੀ ਦੇ ਵਿੱਚ, ਉਹ ਨਜ਼ਰ ਨਹੀਂ ਆ ਰਹੀ। ਬੀਇੰਗ ਏ ਕ੍ਰਿਕਟਰ ਵੀ ਉਹ ਜਦੋਂ ਜਾਂਦੇ ਸੀ ਕ੍ਰਿਕਟ ਦੇ ਵਿੱਚ ਮੈਦਾਨ ਦੇ ਵਿੱਚ ਤੇ ਕੰਸਿਸਟੈਂਸੀ ਨਹੀਂ ਹੁੰਦੀ ਸੀ। ਹੋ ਸਕਦਾ ਸੀ ਉਹ ਬਹੁਤ ਵਧੀਆ ਪਾਰੀ ਖੇਲ ਦੇਣ ਤੇ ਹੋ ਸਕਦਾ ਸੀ ਉਹ ਬਿਲਕੁਲ ਹੀ ਨਾ ਖੇਲਣ। ਤੇ ਜਦੋਂ ਉਹ ਰਾਜਨੀਤੀ 'ਚ ਆਏ ਆ ਬਹੁਤ ਸ਼ੁਰੂਆਤੀ ਸ਼ਾਨਦਾਰ ਰਹੇ ਆ ਉਹ, ਪਰ ਹੁਣ ਕਾਫੀ ਟਾਈਮ ਤੋਂ ਜਦੋਂ ਤੋਂ ਪੰਜਾਬ ਕਾਂਗਰਸ ਉਹਨਾਂ ਨੇ ਜੁਆਇਨ ਕੀਤੀ ਆ, ਮਿਨਿਸਟਰੀ ਵੀ ਉਹਨਾਂ ਨੂੰ ਮਿਲ ਗਈ ਸੀ, ਕੁਝ ਥੋੜ੍ਹੇ ਕੁ ਦਿਨਾਂ ਬਾਅਦ ਹੀ ਉਹ ਜਿਹੜੀ ਸੀ ਅਣਬਣ ਆ ਗਈ, ਕਿਉਂਕਿ ਇੱਕ ਲੀਡਰ ਨੂੰ ਦੂਜੇ ਲੀਡਰ ਦਾ ਵੱਡੇ ਹੋਣਾ ਪਸੰਦ ਨਹੀਂ ਆਉਂਦਾ। ਸਿੱਧੂ ਸਾਹਿਬ ਦੀਆਂ ਰਿਸਰਚ ਸੀਗੀ ਪੰਜਾਬ ਨੂੰ ਲੈ ਕੇ, ਮਾਈਨਿੰਗ ਦੇ ਮਾਮਲੇ 'ਚ ਜਾਂ ਸ਼ਰਾਬ ਦੀ ਨੀਤੀ ਨੂੰ ਲੈ ਕੇ ਜਾਂ ਲੋਕਲ ਬਾਡੀਜ਼ ਨੂੰ ਲੈ ਕੇ ਉਹਨਾਂ ਦੇ ਕੁਝ ਜਿਹੜੇ ਵਿਚਾਰ ਸੀ ਉਹ ਕੁਝ ਹੋਰ ਤਰ੍ਹਾਂ ਦੇ ਸੀ। ਉਹਨਾਂ ਨੇ ਉਹ ਵਿਚਾਰ ਪ੍ਰਗਟ ਵੀ ਕੀਤੇ ਕਈ ਜਗ੍ਹਾ 'ਤੇ, ਲੋਕਲ ਮਿਊਨਿਸਪੈਲਿਟੀਜ਼ ਦੇ ਵਿੱਚ ਜਾਂ ਨਗਰ ਨਿਗਮਾਂ 'ਚ ਛਾਪੇ ਮਾਰ ਕੇ ਕੁਝ ਬੰਦਿਆਂ ਨੂੰ ਬਰਖਾਸਤ ਵੀ ਕੀਤਾ। ਕਲੋਨੀਆਂ ਨੂੰ ਲੈ ਕੇ ਉਹਨਾਂ ਦੀ ਨੀਤੀ ਕੁਝ ਹੋਰ ਸੀ, ਸ਼ਰਾਬ ਨੂੰ ਲੈ ਕੇ ਉਹਨਾਂ ਦੀ ਨੀਤੀ ਤਾਮਿਲਨਾਡੂ ਨਾਲ ਮੈਚ ਕਰਦੀ ਸੀ ਕਿ ਸ਼ਰਾਬ ਦੀ ਜਿਹੜੀ ਪਾਲਿਸੀ ਉਹ ਸਰਕਾਰੀ ਹੋਵੇ, ਤੇ ਮਾਈਨਿੰਗ ਨੂੰ ਲੈ ਕੇ ਵੀ ਉਹ ਬਹੁਤ ਐਗਰੈਸਿਵ ਸੀਗੇ। ਪਰ ਕੈਪਟਨ ਸਾਹਿਬ ਨੂੰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤੌਰ ਤਰੀਕਾ ਸੀ ਉਹ ਪਸੰਦ ਨਹੀਂ ਆਇਆ। ਤੇ ਪੰਜਾਬ, ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਦਿੱਲੀ ਦੀ ਜਿਹੜੀ ਹਾਈ ਕਮਾਂਡ ਆ ਉਹ ਇੰਨੀ ਸક્ષਮ ਨਹੀਂ ਹੈਗੀ ਕਿ ਉਹ ਕੈਪਟਨ ਸਾਹਿਬ ਨੂੰ ਕੁਝ ਇੰਸਟਰਕਸ਼ਨਸ ਦੇ ਸਕਣ, ਕਿਉਂਕਿ ਇੱਥੇ ਉਹਨਾਂ ਦਾ ਜਿਹੜਾ ਗਲਬਾ ਆ ਉਹ ਹੈਵੀ ਆ। ਇਸੇ ਸਿਲਸਿਲੇ ਦੇ ਵਿੱਚ ਹੀ ਸਿੱਧੂ ਸਾਹਿਬ ਅਕਸਰ ਇੱਦਾਂ ਹੁੰਦਾ ਕਿ ਗਏ ਸੋਨੀਆ ਗਾਂਧੀ ਨੂੰ ਮਿਲੇ ਤੇ ਲੱਗਦਾ ਸੀਗਾ ਕਿ ਇਹਨਾਂ ਦਾ ਉੱਥੇ ਕੁਝ ਫਿਰ ਹੋਣ ਜਾ ਰਿਹਾ ਹੈ। ਹਰੀਸ਼ ਰਾਵਤ ਜੀ ਕੈਪਟਨ ਨੂੰ ਮਿਲੇ ਸੀ ਤੇ ਲੱਗਦਾ ਸੀਗਾ ਕਿ ਕੁਝ ਹੋ ਜਾਏਗਾ, ਪਰ ਸਵਲੀਨ ਜੀ ਕੱਲ੍ਹ ਦੇ ਨਤੀਜਿਆਂ ਨੇ ਉਸ ਗੱਲ ਦੇ ਉੱਤੇ ਫਿਰ ਇੱਕ ਵਾਰੀ ਵਿਰਾਮ ਲਾ ਦਿੱਤਾ, ਰੋਕ ਲਾ ਦਿੱਤੀ। ਤੇ ਹੁਣ ਲੱਗਦਾ ਸੀਗਾ ਕਿ ਇਹਨਾਂ ਨੂੰ ਕੁਝ ਨਾ ਕੁਝ ਮਿਲੂਗਾ ਜਾਂ ਇਹਨਾਂ ਦੀ ਵਾਪਸੀ ਹੋਊਗੀ ਤੇ ਕਾਂਗਰਸ ਇਕਜੁੱਟ ਹੋ ਕੇ 2022 ਲਈ ਤਿਆਰ ਹੋ ਜਾਊਗੀ, ਕਿਉਂਕਿ ਇਲੈਕਸ਼ਨਸ ਦੀ ਜੇ ਅਸੀਂ ਗੱਲ ਕਰਦੇ ਤਾਂ ਸਮਾਂ ਬਹੁਤ ਥੋੜ੍ਹਾ। ਪਰ ਭਰੋਸੇਯੋਗ ਸੂਤਰਾਂ ਤੋਂ ਜਾਂ ਜਿੱਦਾਂ ਦੀ ਲੀਡਰਾਂ ਨਾਲ ਗੱਲਬਾਤ ਹੁੰਦੀ ਆ, ਕੱਲ੍ਹ ਦੀ ਜਿਹੜੀ ਗੱਲਬਾਤ ਆ ਉਹਦੇ 'ਚ 2 ਗੱਲਾਂ ਨੇ। ਇੱਕ ਤਾਂ ਜਾਖੜ ਸਾਹਿਬ ਨੇ ਬਿਆਨ ਦਿੱਤਾ ਕਿ 2022 ਦੇ ਵਿੱਚ ਕੈਪਟਨ ਹੀ ਜਿਹੜਾ ਪੰਜਾਬ ਦਾ ਚਿਹਰਾ ਹੋਣਗੇ। ਤੁਹਾਨੂੰ ਯਾਦ ਹੋਣਾ ਪਿਛਲੀ ਇਲੈਕਸ਼ਨਸ ਕੈਪਟਨ ਸਾਹਿਬ ਨੇ ਇਹ ਵੀ ਕਹਿ ਕੇ ਜਿੱਤੀ ਸੀ ਕਿ ਇਹ ਮੇਰਾ ਆਖਰੀ ਇਲੈਕਸ਼ਨ ਆ। ਤੇ ਅੱਜ
ਲੋਕਲ ਬਾਡੀ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਜਾਖੜ ਸਾਹਿਬ ਦਾ ਇਹ ਕਹਿ ਦੇਣਾ ਕਿ ਕੈਪਟਨ ਹੀ ਅਗਲਾ ਚਿਹਰਾ ਹੋਣਗੇ, ਜਦਕਿ ਕੈਪਟਨ ਅਮਰਿੰਦਰ ਸਿੰਘ ਆਪ ਵੀ ਇੱਕ ਦੋ ਵੇਰੇ ਕਹਿ ਚੁੱਕੇ ਆ ਕਿ ਜੇ ਪੰਜਾਬ ਲਈ ਲੋੜ ਹੋਈ ਤਾਂ ਮੈਂ ਅਗਲੀਆਂ ਇਲੈਕਸ਼ਨ ਵੀ ਲੜੂੰਗਾ। ਤੇ ਕੱਲ ਦੀ ਜਿਹੜੀ ਗੱਲਬਾਤ ਹੈਗੀ ਆ ਸਿੱਧੂ ਸਾਹਿਬ ਦੀ, ਤੇ ਉਹਦੇ 'ਚ ਕੈਪਟਨ ਸਾਹਿਬ ਨੇ ਜਾਂ ਨਜ਼ਦੀਕੀਆਂ ਤੋਂ ਇਹ ਗੱਲ ਖਬਰ ਸਾਹਮਣੇ ਆਈ ਆ ਕਿ ਕੈਪਟਨ ਸਾਹਿਬ ਨੇ ਹਰੀਸ਼ ਰਾਵਤ ਸਾਹਿਬ ਨੂੰ ਸਾਫ਼ ਮਨਾ ਕਰ ਦਿੱਤਾ ਕਿ ਨਾ ਤਾਂ ਅਸੀਂ ਇਹਨਾਂ ਨੂੰ ਸਟੇਟ ਪ੍ਰਧਾਨ ਬਣਾ ਸਕਦੇ ਹਾਂ, ਨਾ ਇਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ, ਨਾ ਹੀ ਗ੍ਰਹਿ ਮੰਤਰੀ ਬਣਾਵਾਂਗੇ, ਤੇ ਨਾ ਹੀ ਲੋਕਲ ਬਾਡੀ ਮਿਨਿਸਟਰ ਜਿਹੜਾ ਜਿਹੜਾ ਇਹਨਾਂ ਤੋਂ ਅਹੁਦਾ ਲਿਆ ਸੀ ਉਹ ਵਾਪਸ ਦੇਵਾਂਗੇ। ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਸਮਾਂ ਜਿਹੜਾ ਰਹਿ ਹੀ ਥੋੜਾ ਗਿਆ ਆ, ਕਿ 6 ਤਾਂ ਮਹੀਨੇ ਆ ਹੁਣ ਜਿਹੜੇ ਕੰਮ ਕਰਨ ਲਈ, ਜੇ ਇਹਨਾਂ ਨੂੰ ਕੁਝ ਮਿਲ ਵੀ ਜਾਂਦਾ ਤਾਂ। ਪਰ ਜਦੋਂ ਜੇ ਕੰਮ ਕਰਨਾ ਹੋਵੇ, ਜਿੱਦਾਂ ਉਹਨਾਂ ਕੋਲ ਕੁਝ ਪਾਲਿਸੀਆਂ ਬਣਾਈਆਂ ਹੋਈਆਂ ਨੇ ਪੰਜਾਬ ਦੇ ਭਲੇ ਲਈ, ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਹੋ ਸਕਦਾ ਸੀ ਕੁਝ ਇੱਕ ਦੋ ਚੀਜ਼ਾਂ ਇਹੋ ਜਿਹੀਆਂ ਕਰ ਦੇਣ। ਪਰ ਉਹਨਾਂ ਦਾ ਜਿਹੜਾ ਬੀਤਿਆ 1 ਸਾਲ ਆ, ਚਾਹੇ ਉਹ ਕਿਸਾਨ ਅੰਦੋਲਨ ਸੀ, ਕਈ ਵਾਰ ਉਹ ਰੂਹ ਪੋਸ਼ ਹੋ ਜਾਂਦੇ ਆ, ਯੋਗਾ ਲਈ ਚਲੇ ਜਾਂਦੇ ਆ, ਮੈਡੀਟੇਸ਼ਨ ਲਈ ਚਲੇ ਜਾਂਦੇ ਆ। ਤੇ ਕੈਪਟਨ ਸਾਹਿਬ ਦਾ ਇਹਨਾਂ ਚੋਣਾਂ 'ਚ ਫਿਰ ਤੋਂ ਉੱਭਰ ਕੇ ਸਾਹਮਣੇ ਆਉਣਾ ਸਿੱਧੂ ਸਾਹਿਬ ਲਈ ਇੱਕ ਵਾਰ ਫਿਰ ਬ੍ਰੇਕ ਆ। ਜਦੋਂ ਅਸੀਂ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਹਾਈ ਕਮਾਂਡ ਹੋ ਸਕਦਾ ਆ ਕਿ ਜੇ ਸਿੱਧੂ ਸਾਹਿਬ ਨੂੰ ਮਨਾ ਲਵੇ ਤੇ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਦਿੱਲੀ 'ਚ ਕਿਤੇ ਨਾ ਕਿਤੇ ਐਡਜਸਟ ਕਰ ਦੇਵੇ। ਇੱਥੇ ਹਾਲੇ ਉਹਨਾਂ ਲਈ ਕੁਝ ਸਮੇਂ ਲਈ ਤਾਂ ਬ੍ਰੇਕ ਹੀ ਨਜ਼ਰ ਆਉਂਦੀ ਹੈ। ਜੀ ਸ਼ਰਮਾ ਜੀ, ਤੁਸੀਂ ਕੈਪਟਨ ਸਾਹਿਬ ਦੇ ਬਿਆਨਾਂ ਦੀ ਗੱਲ ਕਰ ਰਹੇ ਹੋ, ਪਰ ਸਾਡੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹ ਉਹੀ ਕੈਪਟਨ ਸਾਹਿਬ ਨੇ ਜਿਨ੍ਹਾਂ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਕਈ ਸੌਹਾਂ ਵੀ ਖਾਧੀਆਂ ਸੀ, ਵਾਅਦੇ ਵੀ ਕੀਤੇ ਸੀ। ਸਾਡੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਪਤਾ ਜੀ ਇਹਨਾਂ ਬਾਰੇ। ਅਗਲੇ ਮੁੱਦੇ ਦੀ ਗੱਲ ਕਰਦੇ ਹਾਂ ਸ਼ਰਮਾ ਜੀ। ਅੱਜ ਜਿਹੜਾ ਕਿਸਾਨਾਂ ਨੇ ਰੇਲ ਰੋਕੋ ਦਾ ਸੱਦਾ ਦਿੱਤਾ ਆ, ਪਰ ਸਾਡੇ ਕੋਲ ਖਬਰ ਆਈ ਹੈ ਕਿ ਕਿਤੇ ਕਿਸਾਨ ਨਵੀਂ ਰੇਲ ਚਲਾਉਣ ਦੀ ਮੰਗ ਵੀ ਕਰ ਰਹੇ ਨੇ, ਕਿਤੇ ਰੇਲਾਂ ਰੋਕ ਰਹੇ ਨੇ, ਕਿਤੇ ਚਲਾਉਣ ਦੀ ਮੰਗ ਕਰ ਰਹੇ ਨੇ। ਕੀ ਆ ਪੂਰਾ ਮਾਮਲਾ? ਜੇ ਮੈਂ ਰੇਲ ਰੋਕਣ ਦੀ ਗੱਲ ਕਰਾਂ, ਉਸ ਤੋਂ ਪਹਿਲਾਂ ਜੇ ਮੈਂ ਰੇਲ ਚਲਾਉਣ ਵਾਲੀ ਗੱਲ ਕਰ ਲਵਾਂ ਤਾਂ ਉਹ ਛੋਟੀ ਗੱਲ ਆ, ਤੇ ਉਹ ਗੱਲ ਬੜੀ ਵਧੀਆ ਜੀ। ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਜਾਖੜ ਸਾਹਿਬ ਵਾਲੇ ਇਲਾਕੇ ਦੇ ਵਿੱਚ ਅਬੋਹਰ ਤੇ ਫਾਜ਼ਿਲਕਾ ਕੁਝ ਇਹੋ ਜਿਹੇ ਇਲਾਕੇ ਨੇ ਪੰਜਾਬ 'ਚ ਜਿੱਥੇ ਕਿੰਨੂ ਸੰਤਰਾ ਜਿਹੜਾ ਬਹੁਤ ਮਾਤਰਾ 'ਚ ਉਗਾਇਆ ਜਾਂਦਾ। ਤੇ ਕਿਸਾਨਾਂ ਨੇ ਪਿੱਛੇ ਜਿਹੇ ਕਿੰਨੂ ਗਰੋਵਰ ਐਸੋਸੀਏਸ਼ਨ ਦੀ ਉੱਥੇ ਇੱਕ ਮੀਟਿੰਗ ਸੀ, ਤੇ ਉੱਥੇ ਉਹਨਾਂ ਨੇ ਇੱਕ ਮੰਗ ਰੱਖੀ ਆ ਸੈਂਟਰ ਸਰਕਾਰ ਨੂੰ ਤੇ ਉੱਤਰੀ ਰੇਲਵੇ ਨੂੰ ਵੀ। ਉਹਨਾਂ ਨੇ ਕਿਹਾ ਕਿ ਇੱਥੋਂ ਜੇ ਇੱਕ ਸਪੈਸ਼ਲ ਟ੍ਰੇਨ ਚਲਾਈ ਜਾਵੇ ਜਿਹੜੀ ਬੰਗਲੌਰ ਤੱਕ ਜਾਵੇ, ਸਾਊਥ ਤੱਕ, ਉਹਦਾ ਨਾਮ ਕਿਸਾਨ ਰੇਲ ਤਜਵੀਜ਼ ਦਿੱਤੀ ਆ, ਤੇ ਉਹਦੇ ਵਿੱਚ ਉਹ ਇੱਥੋਂ ਆਪਣਾ ਜਿਹੜਾ ਕਿੰਨੂ ਆ ਲੋਡ ਕਰਕੇ ਉਹਨੂੰ ਲੈ ਜਾਣ ਤੇ ਸਾਰੇ ਮੁਲਕ ਤੱਕ ਜਿਹੜਾ ਕਿੰਨੂ ਆ ਸਪਲਾਈ ਕੀਤਾ ਜਾ ਸਕੇ, ਉਹਦਾ ਭਲਾ ਹੋ ਜੂ। ਸ਼ਰਮਾ ਜੀ ਮਾਫ ਕਰਨਾ, ਇੱਥੇ ਤੁਹਾਨੂੰ ਰੋਕਣਾ ਚਾਹੂੰਗੀ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਸੀ ਕਿਸਾਨਾਂ ਦੇ ਰੇਲ ਰੋਕੋ ਸੱਦੇ ਦੀ। ਗੱਲਾਂ ਕਰਦੇ ਕਰਦੇ ਅਸੀਂ ਬ੍ਰੇਕ 'ਚ ਚਾਹ ਵੀ ਪੀ ਲਈ, ਤੇ ਹੁਣ ਕਿਸਾਨਾਂ ਦੇ ਸੱਦੇ ਦੀ ਅਸੀਂ ਗੱਲ ਕਰੀਏ। ਰੇਲ ਰੋਕਣ ਦਾ ਜਿਹੜਾ ਸੱਦਾ ਆ, ਉਸ ਤੋਂ ਪਹਿਲਾਂ ਮੈਂ ਗੱਲ ਕਰਦਾ ਸੀਗਾ ਕਿ ਰੇਲ ਚਲਾਉਣ ਦਾ ਸੱਦਾ ਵੀ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ। ਪੰਜਾਬ ਤੇ ਹਰਿਆਣੇ ਦੀ ਜਦੋਂ ਆਪਾਂ ਸਰਹੱਦ ਦੀ ਗੱਲ ਕਰੀਏ, ਤੇ ਉੱਥੇ ਅਬੋਹਰ ਵਾਲਾ ਜਿਹੜਾ ਇਲਾਕਾ ਆ, ਉੱਥੇ ਸੰਤਰੇ ਦੀ ਕਾਸ਼ਤ ਬਹੁਤ ਸਾਰੇ ਕਿਸਾਨ ਕਰਦੇ ਆ। ਉਹਨਾਂ ਨੂੰ ਮੰਡੀ ਕਰਨ ਲਈ ਪ੍ਰੋਬਲਮ ਆਉਂਦੀ ਆ, ਤੇ ਉਹਨਾਂ ਨੇ ਇਹ ਵੀ ਦੱਸਿਆ ਆਪਣੀ ਮੀਟਿੰਗ ਦੇ ਵਿੱਚ ਕਿ ਜਦੋਂ ਅਸੀਂ ਇੱਥੋਂ ਲੋਡ ਕਰਕੇ ਸਾਊਥ ਨੂੰ ਭੇਜਦੇ ਹਾਂ, ਤੇ ਟਰੱਕਾਂ ਨੂੰ ਜਾਣ ਲਈ ਕਈ ਵਾਰੀ 5 ਦਿਨ ਜਾਂ 6 ਦਿਨ ਲੱਗ ਜਾਂਦੇ ਨੇ, ਕਿਉਂਕਿ ਟਰੱਕ ਡਰਾਈਵਰ ਨੂੰ ਰੈਸਟ ਵੀ ਕਰਨੀ ਪੈਂਦੀ ਹੈ। ਤੇ ਉਹਨਾਂ ਨੇ ਉੱਤਰੀ ਰੇਲਵੇ ਤੋਂ ਇੱਕ ਸਪੈਸ਼ਲ ਟ੍ਰੇਨ ਚਲਾਉਣ ਦੀ ਗੱਲ ਕੀਤੀ ਆ, ਜਿਹੜੀ ਇੱਥੋਂ ਪੰਜਾਬ ਹਰਿਆਣਾ ਤੋਂ ਜਾਵੇ ਤੇ ਬੰਗਲੌਰ ਤੱਕ ਸਿਰਫ ਔਰ ਸਿਰਫ ਕਿੰਨੂ ਜਿਹੜਾ ਆ ਉਹਨੂੰ ਇੱਥੋਂ ਲੋਡ ਕਰਕੇ ਤੇ ਉੱਥੇ ਤੱਕ ਉਹਦੀ ਸਪਲਾਈ ਦੇਵੇ। ਤੇ ਕਿਸਾਨਾਂ ਨੇ ਦੱਸਿਆ ਕਿ ਉਹਦੇ 'ਚ ਉਹਨਾਂ ਦਾ ਜਿਹੜਾ ਆ ਭਾੜਾ ਵੀ ਬਚੂਗਾ, ਤੇ ਫਸਲ ਖਰਾਬ ਵੀ ਘੱਟ ਹੋਊਗੀ, ਤੇ ਪਹੁੰਚ ਵੀ ਛੇਤੀ ਜਾਊਗੀ। ਜਦੋਂ ਅਸੀਂ ਗੱਲ ਕਰਦੇ ਹਾਂ ਸਰਕਾਰ ਦੀ, ਸਰਕਾਰ ਅਸੀਂ ਕਹਿੰਦੀ ਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਅਸੀਂ ਸਾਰੇ ਉਪਾਅ ਕਰਾਂਗੇ। ਤੇ ਸਰਕਾਰ ਨੂੰ ਫਿਰ ਜਿਹੜਾ ਮੰਡੀਕਰਨ ਆ ਤੇ ਜਿਹੜਾ ਟਰਾਂਸਪੋਰਟੇਸ਼ਨ ਆਫ ਗੁੱਡਸ ਆ, ਸਮਾਨ ਦੀ ਇੱਧਰੋਂ ਉੱਧਰ ਭੇਜਣ ਦੀ ਜਿਹੜੀ ਕਾਰਵਾਈ ਆ, ਉਹਦੇ 'ਚ ਟਰੱਕ ਨਾਲੋਂ ਜੇ ਆਪਾਂ ਟ੍ਰੇਨ ਦੀ ਮਦਦ ਲੈ ਲਈਏ ਤੇ ਉਹ ਜ਼ਿਆਦਾ ਚੰਗੀ ਗੱਲ ਹੋਊਗੀ। ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਦੀ ਇੱਕ ਟ੍ਰੇਨ ਪਹਿਲਾਂ ਕਿਸਾਨ ਟ੍ਰੇਨ ਦੇ ਨਾਮ ਨਾਲ ਚੱਲਦੀ ਵੀ ਆ, ਜਿਹੜੀ ਮਹਾਰਾਸ਼ਟਰ ਤੋਂ ਬਿਹਾਰ ਤੱਕ ਜਾਂਦੀ ਆ, ਜਾਂ ਬਿਹਾਰ ਤੋਂ ਸਮਾਨ ਇੱਧਰ ਲੈ ਕੇ ਆਉਂਦੀ ਆ, ਜਾਂ ਇੱਧਰੋਂ ਕੁਝ ਫਸਲਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਆ ਹੁੰਦੀ ਵੀ ਆ। ਉਹ ਸਪੈਸ਼ਲ ਟ੍ਰੇਨ ਆ ਜਿਹੜੀ ਖੇਤੀ ਦੀਆਂ ਉਪਜ ਨੂੰ ਢੋ ਢੁਆਈ ਲਈ ਵਰਤੀ ਜਾਂਦੀ ਆ। ਜੇ ਇੱਦਾਂ ਦਾ ਕੁਝ ਹੋ ਜਾਏ ਤੇ ਉਹ ਇੱਕ ਚੰਗਾ ਉੱਦਮ ਹੋਵੇਗਾ ਪੰਜਾਬ ਦੇ ਕਿਸਾਨਾਂ ਲਈ, ਖਾਸ ਕਰਕੇ ਜਿਹੜੇ ਕਿੰਨੂ ਗਰੋਵਰਸ ਨੇ ਉੱਥੋਂ। ਇਹੋ ਜਿਹੀ ਜਿਹੜੀ ਤੁਹਾਡੀ ਕਟੜਾ ਵੱਲ ਨੂੰ ਜਿਹੜੀ ਹਾਈਵੇ ਜਾ ਰਹੀ ਆ, ਉਹਦੇ ਤੇ ਵੀ ਕੰਮ ਇਸ ਕਰਕੇ ਹੋ ਰਿਹਾ ਕਿ ਸ਼੍ਰੀਨਗਰ ਵਾਲੀ ਸਾਈਡ ਤੋਂ ਜਿਹੜਾ ਸੇਬ ਆ ਉਹਦੀ ਟਰਾਂਸਪੋਰਟੇਸ਼ਨ ਇੱਧਰ ਹੁੰਦੀ ਆ। ਭਾਰਤ ਦੀ ਜਿਓਗ੍ਰਾਫੀ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਸਟੇਟਸ ਦੇ ਵਿੱਚ ਵੱਖ-ਵੱਖ ਸਬਜ਼ੀਆਂ ਜਾਂ ਫਲ ਜਾਂ ਚੀਜ਼ਾਂ ਜਿਹੜੀਆਂ ਉਗਾਈਆਂ ਜਾਂਦੀਆਂ, ਤੇ ਉਹਨਾਂ ਨੂੰ ਫਿਰ ਸਾਰੇ ਮੁਲਕ ਦੇ ਵਿੱਚ ਵੰਡਣ ਲਈ ਜੇ ਆਪਾਂ ਟ੍ਰੇਨ ਦੀਆਂ ਸੇਵਾਵਾਂ ਲੈ ਸਕੀਏ ਤੇ ਉਹ ਇੱਕ ਚੰਗੀ ਗੱਲ ਹੋਵੇਗੀ ਕਿਸਾਨਾਂ ਦੇ ਨਜ਼ਰੀਏ ਤੋਂ। ਤੇ ਦੂਜੀ ਹੁਣ ਗੱਲ ਕਰੀਏ ਆਪਾਂ ਰੇਲ ਰੋਕਣ ਦੀ, ਤੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਬੜੇ ਦਿਨਾਂ ਤੋਂ ਇਸ ਗੱਲ ਦਾ ਉਲੀਕਿਆ ਹੋਇਆ ਸੀ ਕਿ 18 ਤਰੀਕ ਨੂੰ ਅਸੀਂ 4 ਘੰਟੇ ਲਈ ਰੇਲ ਰੋਕੋ ਜਿਹੜਾ ਆ ਉਹ ਇੱਕ ਕਰਾਂਗੇ। ਜਿੰਨੇ ਵੀ ਵਿਰੋਧ ਪ੍ਰਦਰਸ਼ਨ ਹੁੰਦੇ ਆ ਸਵਲੀਨ ਜੀ, ਚਾਹੇ ਉਹ ਭੁੱਖ ਹੜਤਾਲ ਆ, ਚਾਹੇ ਉਹ ਧਰਨਾ ਆ, ਚਾਹੇ ਉਹ ਮਾਰਚ ਪਾਸ ਆ, ਚਾਹੇ ਉਹ ਬੱਸਾਂ ਨੂੰ ਰੋਕਣ ਦੀ ਗੱਲ ਆ, ਪੈਟਰੋਲ ਪੰਪ ਬੰਦ ਕਰਨ ਦੀ ਗੱਲ ਆ, ਤੇ ਬਹੁਤ ਲੰਬੇ ਸਮੇਂ ਤੋਂ ਇੱਕ ਧਰਨਾ ਜਿਹੜਾ ਦਿੱਲੀ ਦੇ ਬਾਰਡਰ ਤੇ ਲੱਗਾ ਹੋਇਆ, ਉਹਦੇ ਵਿੱਚ ਹੀ ਇਹਨੂੰ ਰੇਲ ਰੋਕੋ ਨੂੰ ਜੋੜਿਆ ਜਾ ਰਿਹਾ। ਤੇ ਅੱਜ ਜਦੋਂ ਕੋਈ ਪੱਤਰਕਾਰ
ਟਕੈਤ ਸਾਹਿਬ ਨੂੰ ਸਵਾਲ ਪੁੱਛ ਰਹੇ ਸੀ ਕਿ ਰੇਲਾਂ ਨੂੰ ਰੋਕਣ ਦੀ ਗੱਲ ਕਿਉਂ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਰੇਲਾਂ ਰੋਕਣ ਲਈ ਜਿਹੜੀ ਇਹ ਗੱਲ ਆ ਇਹ ਇੱਕ ਸੰਕੇਤ ਆ ਸਾਡੇ ਵਿਰੋਧ ਦਾ ਕਿ ਕੋਵਿਡ ਦੇ ਟਾਈਮ 'ਚ ਤੁਸੀਂ ਬਹੁਤ ਸਾਰੀਆਂ ਟ੍ਰੇਨਾਂ ਬੰਦ ਕਰਤੀਆਂ ਸੀ, ਉਹ ਸਾਰੀਆਂ ਚਲਾ ਦਿੱਤੀਆਂ ਜਾਣ। ਤੇ ਉਹਨਾਂ ਨੇ ਇਸ ਰੇਲ ਰੋਕੋ ਜਿਹੜਾ ਅੰਦੋਲਨ ਆ 4 ਘੰਟੇ ਦਾ ਜਿਹੜਾ ਸਮਾਂ ਦਿੱਤਾ ਆ ਰੇਲ ਦੇ ਚੱਕੇ ਨੂੰ ਜਾਮ ਕਰਨ ਦਾ, ਉਹਦੇ ਪਿੱਛੇ ਕਾਰਨ ਇਹੀ ਦੱਸਿਆ ਕਿ ਸਰਕਾਰ ਜਿੰਨੀਆਂ ਟ੍ਰੇਨਾਂ ਰੋਕੀਆਂ ਹੋਈਆਂ ਆ ਉਹਨਾਂ ਨੂੰ ਚਲਾਵੇ ਤਾਂ ਜੋ ਮੁਲਕ ਦੇ ਵਿੱਚ ਲੋਕ ਇੱਧਰ ਤੋਂ ਉੱਧਰ ਜਾ ਸਕਣ, ਕਿਉਂਕਿ ਕੋਵਿਡ ਦਾ ਜਿਹੜਾ ਖਤਰਾ ਆ ਉਹ ਤਾਂ ਹੁਣ ਕਾਫੀ ਹੱਦ ਤੱਕ ਸਰਕਾਰ ਦੇ ਕੰਟਰੋਲ 'ਚ ਆ। ਤੇ ਇਸ ਅੰਦੋਲਨ ਨੂੰ ਇਸ ਗੱਲ ਲਈ ਵੀ ਦੇਖਿਆ ਜਾ ਰਿਹਾ ਕਿ ਕਿਸਾਨ ਜਿਹੜੇ ਆ 26 ਤਰੀਕ ਤੋਂ ਬਾਅਦ ਤਿੱਤਰ ਬਿੱਤਰ ਜਿਹਾ ਹੋਰ ਲੱਗ ਰਿਹਾ ਸੀ ਅੰਦੋਲਨ ਦੇ ਵਿੱਚ ਕੁਝ ਕਮੀਆਂ ਨਜ਼ਰ ਆ ਰਹੀਆਂ ਸੀ, ਉਹ ਸਾਰਾ ਇਕਜੁੱਟ ਹੋ ਕੇ ਤੇ ਇਹਨੂੰ ਫਿਰ ਟਰੈਕ ਤੇ ਲਿਆਉਣ ਦੀ ਗੱਲ ਹੋ ਰਹੀ ਆ। ਪਰ ਗੱਲ ਫਿਰ ਉੱਥੇ ਦੀ ਉੱਥੇ ਰੁਕੀ ਹੋਈ ਆ ਕਿ ਬੀਤੇ ਲਗਭਗ 1 ਮਹੀਨੇ ਤੋਂ ਸਰਕਾਰ ਦੇ ਨਾਲ ਕੋਈ ਵੀ ਗੱਲਬਾਤ ਜਿਹੜੀ ਆ ਕਿਸਾਨ ਅੰਦੋਲਨ ਦੀ ਨਹੀਂ ਹੋ ਰਹੀ। ਉਹਦੇ ਕਰਕੇ ਹੀ ਬੀਤੇ ਦਿਨੀ ਬਾਜ਼ਾਰ ਬੰਦ ਕੀਤੇ ਗਏ ਸੀ ਤੇ ਸੜਕਾਂ ਜਾਮ ਕੀਤੀਆਂ ਸੀ। ਫਿਰ ਸਰ ਛੋਟੂ ਰਾਮ ਦੀ ਜਯੰਤੀ ਮਨਾਈ ਗਈ ਤੇ ਹੁਣ ਰੇਲ ਰੋਕਣ ਦੀ ਗੱਲ ਹੋ ਰਹੀ ਆ ਤੇ ਮਹਾਪੰਚਾਇਤਾਂ ਦੀ ਗੱਲ ਵੀ ਹੋਈ ਸੀ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਸਰਕਾਰ ਨੂੰ ਆਪਣਾ ਵਿਰੋਧ ਦਰਸਾਉਣ ਲਈ ਕੀਤੀਆਂ ਜਾ ਰਹੀਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮੀਟਿੰਗਸ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਅਰੇਂਜ ਹੋਣ ਤੇ ਇਸ ਅੰਦੋਲਨ ਦਾ ਕੋਈ ਹੱਲ ਲੱਭਿਆ ਜਾ ਸਕੇ ਤੇ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਵੀ ਉਹਨਾਂ ਤੋਂ ਨਿਜਾਤ ਮਿਲ ਸਕੇ। ਜੀ ਸ਼ਰਮਾ ਜੀ, ਅਗਲੇ ਮੁੱਦੇ ਦੀ ਗੱਲ ਕਰਦੇ ਹਾਂ। ਹੁਣ ਤੱਕ ਭਾਰਤ ਦੇ ਵਿੱਚ ਅਸੀਂ ਮਰਦਾਂ ਨੂੰ ਫਾਂਸੀ ਲੱਗਣ ਦੀ ਗੱਲ ਸੁਣੀ ਹੈ, ਪਰ ਹੁਣ ਖਬਰ ਆਈ ਹੈ ਕਿਸੇ ਔਰਤ ਨੂੰ ਫਾਂਸੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਕੀ ਹੈ ਪੂਰਾ ਮਾਮਲਾ? ਬਿਲਕੁਲ ਸਵਲੀਨ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਮਰਦਾਂ ਨੂੰ ਫਾਂਸੀ ਲੱਗਣ ਦੀ ਗੱਲ ਅਸੀਂ ਅਕਸਰ ਸੁਣਦੇ ਆਏ ਹਾਂ, ਪਰ ਜਦੋਂ ਅਸੀਂ ਭਾਰਤ ਦੇ ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਦੇ ਵਿੱਚ ਜਿਹੜੀ ਬਰਾਬਰੀ ਆ ਉਹ ਦੋਨਾਂ ਹੀ ਸਿਟੀਜ਼ਨਸ ਨੂੰ ਹੈਗੀ ਹੈ। ਮਰਦ ਤੇ ਔਰਤ ਨੂੰ ਬਰਾਬਰ ਰੱਖਿਆ ਗਿਆ। ਸੰਵਿਧਾਨ ਦੀ ਪ੍ਰਸਤਾਵਨਾ ਇਸ ਗੱਲ ਦਾ ਗਵਾਹ ਦਿੰਦੀ ਆ ਕਿ ਇੱਥੇ ਕਿਸੇ ਵੀ ਤਰੀਕੇ ਦਾ ਭੇਦਭਾਵ ਰੰਗ, ਨਸਲ, ਲਿੰਗ ਨੂੰ ਲੈ ਕੇ ਨਹੀਂ ਕੀਤਾ ਜਾਣਾ ਚਾਹੀਦਾ। ਪਰ ਆਮ ਤੌਰ ਤੇ ਕਿਉਂਕਿ ਜਿਹੜਾ ਸਮਾਜ ਆ ਉਹ ਮਰਦ ਪ੍ਰਧਾਨ ਆ, ਇਕੱਲਾ ਸਾਡਾ ਹੀ ਨਹੀਂ, ਲਗਭਗ ਸਾਰੀ ਦੁਨੀਆ ਦਾ ਜਿਹੜਾ ਦਾਰੋਮਦਾਰ ਆ ਇਹੋ ਜਿਹਾ ਹੀ ਆ। ਤੇ ਫਿਰ ਇਸ ਕਰਕੇ ਜਿਹੜਾ ਉਹਦਾ ਮੇਨ ਆ ਜਿਹੜਾ ਪ੍ਰਧਾਨਗੀ ਕਰ ਰਿਹਾ ਆ ਤੇ ਕੁਦਰਤੀ ਤੌਰ ਤੇ ਫਿਰ ਕ੍ਰਾਈਮ ਦੇ ਵਿੱਚ ਵੀ ਉਹਦੀ ਪ੍ਰਧਾਨਗੀ ਜਾਰੀ ਰਹਿੰਦੀ ਆ। ਤੇ ਇਸੇ ਕਰਕੇ ਹਮੇ ਹੁਣ ਤੱਕ ਦੇ ਜਿੰਨੇ ਵੀ ਆਪਾਂ ਹੈਨੋਸਾਈਡ ਕ੍ਰਾਈਮ ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਜਗਨਿਆ ਅਪਰਾਧ ਜਾਂ ਬਹੁਤ ਜਿਹੜੇ ਘਟੀਆ ਸ਼੍ਰੇਣੀ ਦੇ ਅਪਰਾਧ ਆ ਉਹਦੇ ਲਈ ਫਾਂਸੀ ਦੀ ਸਜ਼ਾ ਰੱਖੀ ਜਾਂਦੀ ਆ। ਜਦੋਂ ਅਸੀਂ ਬਰੂਟਲ ਮਰਡਰ ਦੀ ਗੱਲ ਕਰਦੇ ਆ ਜਾਂ ਫਿਰ ਕੋਈ ਇਹੋ ਜਿਹੀ ਘਟਨਾ ਕੀਤੀ ਜਾਵੇ ਜਿਹੜੀ ਅਣਮਨੁੱਖੀ ਜਾਂ ਕੋਰਟ ਦੀ ਭਾਸ਼ਾ 'ਚ ਉਹਨੂੰ ਕਹਿੰਦੇ ਆ ਅੱਤ ਦੀ ਅਣਮਨੁੱਖੀ ਹੋਵੇ ਤਾਂ ਦੀ ਫਾਂਸੀ ਦੀ ਗੱਲ ਹੁੰਦੀ ਆ। ਬੀਤੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇੱਕ ਖਬਰ ਚੱਲ ਰਹੀ ਸੀ ਕਿ ਮਥੁਰਾ ਦੀ ਜੇਲ੍ਹ ਦੇ ਵਿੱਚ ਇੱਕ ਕੁੜੀ ਬੰਦ ਆ, ਸ਼ਬਨਮ ਨਾਮ ਆ ਉਹਦਾ, ਕਿ ਉਹਨੇ ਆਪਣੀ ਹੀ ਫੈਮਿਲੀ ਦੇ 8 ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਮਾਰ ਦਿੱਤੇ ਸੀ ਉਹਨੇ ਆਪਣੇ। ਉਹਦੇ 'ਚ ਉਹਦੇ ਬਾਪ ਵੀ ਸ਼ਾਮਲ ਸੀ, ਉਹਦੇ ਭਰਾ ਵੀ ਸ਼ਾਮਲ ਸੀ, ਉਹਦਾ ਬਹੁਤ ਛੋਟਾ ਜਿਹਾ ਭਤੀਜਾ ਵੀ ਸ਼ਾਮਲ ਸੀ। ਤੇ ਉਹਦੀ ਵਜ੍ਹਾ ਇਹ ਸੀ ਕਿ ਉਹਦੇ ਘਰ ਦੇ ਉਹਦੀ ਮਰਜ਼ੀ ਨਾਲ ਉਹਦਾ ਵਿਆਹ ਨਹੀਂ ਸੀ ਕਰ ਰਹੇ ਸ਼ਾਇਦ। ਤੇ ਬੀਤੇ ਦਿਨੀ ਰਾਸ਼ਟਰਪਤੀ ਸਾਹਿਬ ਨੇ ਉਹਦੀ ਜਿਹੜੀ ਦਇਆ ਯਾਚਕਾ ਆ ਉਹ ਖਾਰਜ ਕਰ ਦਿੱਤੀ ਤੇ ਹੁਣ ਉਹਨੂੰ ਉੱਥੇ ਮਥੁਰਾ ਦੀ ਜੇਲ੍ਹ ਦੇ ਵਿੱਚ ਹੀ ਉਹਨੂੰ ਫਾਂਸੀ ਦੇਣ ਦੀ ਤਿਆਰੀ ਆ। ਹਾਲੇ ਤੱਕ ਤਰੀਕ ਅਨਾਉਂਸ ਨਹੀਂ ਹੋਈ। ਤੇ ਇਸ ਗੱਲ ਨੂੰ ਬਿਲਕੁਲ ਇਸ ਗੱਲ ਨਾਲ ਖਬਰਾਂ ਦੇ ਰੂਪ 'ਚ ਦੇਖਿਆ ਜਾਂਦਾ ਆ ਕਿ ਕਿਉਂਕਿ ਪਹਿਲੀ ਵਾਰ ਕਿਸੇ ਔਰਤ ਨੂੰ ਫਾਂਸੀ ਲੱਗ ਰਹੀ ਆ। ਤੇ ਇਹਦੇ ਨਾਲ ਜੁੜਦੀਆਂ 2-3 ਘਟਨਾਵਾਂ ਹੋਰ ਵੀ ਸਾਡੇ ਮੁਲਕ 'ਚ ਹੈਗੀਆਂ ਜੀ। 3 ਇਸ ਤੋਂ ਇਲਾਵਾ 3 ਔਰਤਾਂ ਹੋਰ ਨੇ ਜਿਹੜੀਆਂ ਫਾਂਸੀ ਦੀ ਉਡੀਕ ਦੇ ਵਿੱਚ ਜੇਲ੍ਹਾਂ 'ਚ ਬੰਦ ਨੇ। ਉਹਨਾਂ 'ਚ ਇੱਕ ਤਾਂ ਹਰਿਆਣੇ ਦੀ ਕੁੜੀ ਆ, ਉਹ ਕਿਸੇ ਸਮੇਂ ਦੇ ਰੇਲੂ ਰਾਮ ਜੀ ਇੱਕ ਵਿਧਾਇਕ ਹੁੰਦੇ ਸੀ, ਇੱਥੋਂ MLA ਸੀ ਸਾਬਕਾ। ਉਹਨੇ ਪ੍ਰਾਪਰਟੀ ਦੇ ਲਾਲਚ 'ਚ ਆ ਕੇ 2001 ਦੇ ਵਿੱਚ ਉਹਨੇ ਵੀ ਕੁੜੀ ਨੇ ਆਪਣੀ ਫੈਮਿਲੀ ਦੇ 6-7 ਬੰਦਿਆਂ ਦਾ ਕਤਲ ਕਰ ਦਿੱਤਾ ਸੀ। ਤੇ ਬਹੁਤ ਦੇਰ ਬਾਅਦ ਉਹਦੀ ਜਿਹੜੀ ਆ ਸੁਣਵਾਈ ਚੱਲੀ, ਕਾਫੀ ਲੇਟ ਹੋਈ ਕਿਉਂਕਿ ਪੋਲੀਟੀਕਲ ਕੁਝ ਕੇਸ ਸੀਗਾ, MLA ਸੀਗੇ ਉਹ। ਤੇ ਹੁਣ ਉਹਨਾਂ ਦੀ ਵੀ ਜਿਹੜੀ ਦਇਆ ਯਾਚਕਾ ਖਾਰਜ ਆ। ਉਸ ਤੋਂ ਇਲਾਵਾ 2 ਭੈਣਾਂ ਨੇ, ਰੇਣੂਕਾ ਤੇ ਸੋਨੀਆ, ਸ਼ਾਇਦ ਉਹਨਾਂ ਦੇ ਨਾਮ ਕਿਤੇ ਹੋ ਸਕਦਾ ਗਲਤ ਹੋ ਜਾਣ, ਉਹ ਪੂਨੇ ਦੀ ਜੇਲ੍ਹ 'ਚ ਬੰਦ ਨੇ। ਉਹਨਾਂ ਦਾ ਜਿਹੜਾ ਘਟਨਾਕ੍ਰਮ ਆ, ਜਿਹੜਾ ਉਹਨਾਂ ਦਾ ਕ੍ਰਾਈਮ ਆ, ਉਹ ਵੀ ਸਵਲੀਨ ਜੀ ਬਹੁਤ ਦਰਦਨਾਕ ਆ ਤੇ ਦਿਲ ਨੂੰ ਹਿਲਾ ਦੇਣ ਵਾਲਾ ਆ। ਔਰਤ ਦੀ ਜਦੋਂ ਤੁਸੀਂ ਗੱਲ ਕੀਤੀ ਆ ਤੇ ਔਰਤ ਨੂੰ ਆਮ ਤੌਰ ਤੇ ਮਮਤਾਮਈ, ਪਰਿਵਾਰ ਨੂੰ ਪਾਲਣ ਵਾਲੀ, ਪਰਿਵਾਰ ਨੂੰ ਚਲਾਉਣ ਵਾਲੀ ਤੇ ਪਿਆਰ ਕਰਨ ਵਾਲੀ ਨਜ਼ਰ ਨਾਲ ਦੇਖਿਆ ਜਾਂਦਾ। ਇਹੋ ਜਿਹੀ ਮਾਂ, ਭੈਣ, ਪਤਨੀ ਘਰ ਦੇ ਵਿੱਚ ਰੋਟੀ ਸਾਰਿਆਂ ਲਈ ਬਣਾਉਂਦੀ ਆ ਤੇ ਸਾਰਿਆਂ ਨੂੰ ਖਵਾਉਂਦੀ ਆ। ਸਾਡੇ ਸਮਾਜ ਦੇ ਵਿੱਚ ਘੱਟੋ ਘੱਟ ਜਿਹੜਾ ਸਾਡਾ ਦ੍ਰਿਸ਼ ਆ ਉਹ ਆਮ ਤੌਰ ਤੇ ਔਰਤ ਦਾ ਜਿਹੜਾ ਆ ਉਹ ਸਨੇਹਮਈ ਆ। ਪਰ ਇਹ 2 ਔਰਤਾਂ ਜਿਹੜੀਆਂ ਆ ਉਹ ਪਹਿਲਾਂ ਚੋਰੀਆਂ ਕਰਦੀਆਂ ਰਹੀਆਂ, ਆਪ ਵੀ ਕਰਦੀਆਂ ਰਹੀਆਂ ਤੇ ਆਪਣੀ ਮਾਂ ਨਾਲ ਰਲ ਕੇ ਵੀ ਕਰਦੀਆਂ ਰਹੀਆਂ। ਉਹਨਾਂ ਦੀ ਜਿਹੜੀ ਪ੍ਰਵਿਰਤੀ ਆ ਉਹ ਸਾਰੀ ਕ੍ਰਿਮੀਨਲ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਚੋਰੀ ਕਰਨ ਲਈ ਬੱਚਿਆਂ ਨੂੰ ਕਿਡਨੈਪਿੰਗ ਸ਼ੁਰੂ ਕੀਤੀ। ਕਿਸੇ ਦਾ ਬੱਚਾ ਚੁੱਕ ਲੈਂਦੀਆਂ ਸੀ ਤੇ ਉਹਨੂੰ ਚੋਰੀ ਕਰਾਉਂਦੀਆਂ ਸੀ। ਤੇ ਜਦੋਂ ਉਹਨਾਂ ਨੂੰ ਲੱਗਦਾ ਸੀਗਾ ਕਿਤੇ ਫੜਿਆ ਨਾ ਜਾਵੇ ਜਾਂ ਉਹ ਚੋਰੀ ਨਹੀਂ ਕਰਦੇ ਸੀ ਜਾਂ ਉਹਨਾਂ ਦੀ ਕੁਝ ਡਿਮਾਂਡਿੰਗ ਹੋ ਜਾਂਦੀ ਸੀ ਤੇ ਉਹਨਾਂ ਬੱਚਿਆਂ ਨੂੰ ਮਾਰ ਦਿੰਦੀਆਂ ਸੀ। ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ
ਤੇ ਦਰਸ਼ਕ ਵੀ ਇਸ ਗੱਲ ਤੋਂ ਹੋਰ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰਨਗੇ। 42 ਬੱਚਿਆਂ ਨੂੰ ਮਾਰਨ ਦਾ ਜ਼ੁਲਮ ਆ ਉਹਨਾਂ ਔਰਤਾਂ ਤੇ, ਜਿਹੜਾ ਉਹਨਾਂ ਦਾ ਸਜ਼ਾ ਆ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਈ ਆ, ਉਹ 42 ਬੱਚਿਆਂ ਨੂੰ ਮਾਰ ਚੁੱਕੀਆਂ ਹੁਣ ਤੱਕ। ਸੋ ਪੰਜਾਬ ਭਾਰਤ ਦੇ ਜੇਲ੍ਹਾਂ ਦੇ ਵਿੱਚ 4 ਕੇਸ ਔਰਤਾਂ ਇਹੋ ਜਿਹੀਆਂ ਨੇ, 2 ਇਹ ਭੈਣਾਂ ਨੇ, ਇੱਕ ਉਹ ਔਰਤ ਜਿਹਨੇ ਆਪਣੇ ਬਾਪ ਨੂੰ ਪ੍ਰੋਪਰਟੀ ਕਰਕੇ ਬਾਪ ਨੂੰ ਤੇ ਫੈਮਿਲੀ ਨੂੰ ਮਾਰਿਆ, ਇੱਕ ਇਹ ਸ਼ਬਨਮ ਨਾਮ ਦੀ ਕੁੜੀ ਆ ਜਿਹਨੇ ਮਰਜ਼ੀ ਦਾ ਵਿਆਹ ਨਾ ਹੋਣ ਦੇਣ ਕਰਕੇ ਮਾਰਿਆ। ਇਹੋ ਜਿਹੀਆਂ ਘਟਨਾਵਾਂ ਦਾ ਸਿਰਫ ਔਰਤ ਜਾਂ ਮਰਦ ਨਾਲ ਜੋੜ ਕੇ ਦੇਖ ਲੈਣਾ ਕਾਫੀ ਨਹੀਂ ਹੈ। ਗੱਲ ਤੇ ਸਾਡੇ ਸਮਾਜ ਦੇ ਵਿੱਚ ਜਿਹੋ ਜਿਹੇ ਅਸੀਂ ਹਾਲਾਤਾਂ 'ਚ ਰਹਿ ਰਹੇ ਹਾਂ, ਜਿਹੋ ਜਿਹੀ ਸਾਡੀ ਪ੍ਰਵਿਰਤੀ ਹੋ ਰਹੀ ਆ, ਉਹਨੂੰ ਦੇਖ ਕੇ ਸਾਨੂੰ ਥੋੜ੍ਹੀ ਜਿਹੀ ਲੱਗਦੀ ਆ ਕਿਤੇ ਨਾ ਕਿਤੇ। ਪਰ ਇਹ ਸਿਰਫ ਸਾਡੇ ਹੀ ਸਮਾਜ 'ਚ ਨਹੀਂ ਹੈਗਾ। ਜਦੋਂ ਅਸੀਂ ਬਾਕੀ ਦੇਸ਼ਾਂ ਦੀ ਗੱਲ ਕਰਦੇ ਹਾਂ, ਅਮਰੀਕਾ ਦੇ ਵਿੱਚ ਅਸੀਂ ਅਕਸਰ ਸੁਣਦੇ ਹਾਂ ਕਿ ਕਿਸੇ ਬੱਚੇ ਨੂੰ ਕੁਝ ਕਿਹਾ ਗਿਆ ਜਾਂ ਉਹਨੂੰ ਕਿਤੇ ਕੋਈ ਪ੍ਰੋਬਲਮ ਸਾਹਮਣੇ ਆਈ ਤੇ ਘਰੋਂ ਗਨ ਲੈ ਕੇ ਆਇਆ ਤੇ ਸਕੂਲ 'ਚ ਫਾਇਰਿੰਗ ਕਰ ਦਿੱਤੀ। ਤੇ ਬੀਤੇ ਦਿਨੀ ਅਸੀਂ ਦੇਖਿਆ ਸੀਗਾ ਕਿ ਰੇਪ ਦੀਆਂ ਇਹੋ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਕਿ ਛੋਟੇ ਬੱਚਿਆਂ ਨਾਲ ਇਹੋ ਜਿਹਾ ਕੁਝ ਹੋ ਜਾਂਦਾ। ਤੇ ਬਹੁਤ ਸਾਰਾ ਸਮਾਜ ਦੇ ਵਿੱਚ ਜਿਹੜਾ ਉਥਲ ਪੁਥਲ ਆ, ਅਸੀਂ ਕਈ ਵਾਰ ਐਨਾਲਾਈਸਿਸ ਕਰਦੇ ਹਾਂ ਜਾਂ ਇਹਨੂੰ ਜਦੋਂ ਅਸੀਂ ਇਹਦੀ ਕਰਦੇ ਹਾਂ ਇਹਦਾ ਵਿਸ਼ਲੇਸ਼ਣ, ਤੇ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਸਿੱਖਿਆ ਆ ਉਹ ਠੀਕ ਨਹੀਂ ਹੈਗੀ ਸਾਡਾ। ਪਰ ਜਦੋਂ ਅਸੀਂ ਬਾਹਰਲੀਆਂ ਘਟਨਾਵਾਂ ਦੇਖਦੇ ਹਾਂ ਉੱਥੇ ਤਾਂ ਸਿੱਖਿਆ ਵੀ ਪ੍ਰੋਪਰ ਆ। ਫਿਰ ਕਿਤੇ ਨਾ ਕਿਤੇ ਹਿਊਮਨ ਸਾਈਕੋਲੋਜੀ ਨੂੰ ਸਮਝਦਿਆਂ ਹੋਇਆ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ, ਜਿੰਨੀ ਆਬਾਦੀ ਆ, ਹਰ ਇੱਕ ਬੰਦੇ ਦਾ ਦਿਮਾਗ ਵੱਖਰਾ ਹੈ, ਉਹਦੀ ਸੋਚ ਵੱਖਰੀ ਆ, ਤੇ ਕਿਸੇ ਦੀ ਧਿਆਨ ਕਿਸੇ ਪਾਸੇ ਨੂੰ ਚਲੇ ਜਾਂਦਾ, ਕਿਸੇ ਦਾ ਕਿਸੇ ਪਾਸੇ ਨੂੰ। ਬਹੁਤ ਸਾਰੇ ਲੋਕ ਸਾਡੇ ਸਾਹਮਣੇ ਇਹੋ ਜਿਹੇ ਨਜ਼ਰ ਆਉਂਦੇ ਨੇ ਜਿਹੜੇ ਬਹੁਤ ਸਾਰੇ ਚੰਗੇ ਕੰਮ ਕਰਦੇ ਨੇ, ਤੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਆਪਣਿਆਂ ਨੂੰ ਹੀ ਮਾਰ ਦਿੰਦੇ ਨੇ ਸਿਰਫ ਪੈਸੇ ਕਰਕੇ। ਤੇ ਇਹੋ ਜਿਹੀ ਇਹ ਘਟਨਾ ਆ ਤੇ ਬੜਾ ਸਾਨੂੰ ਦੁੱਖ ਆ ਇਸ ਗੱਲ ਦਾ। ਪਰ ਇੱਦਾਂ ਦਾ ਸਮਾਜ ਅਸੀਂ ਚਾਹੁੰਦੇ ਨਹੀਂ ਸੀ। ਜੀ ਸ਼ਰਮਾ ਜੀ, ਅਸੀਂ ਔਰਤਾਂ ਦੀ ਗੱਲ ਕਰ ਰਹੇ ਹਾਂ ਤੇ ਇੱਕ ਹੋਰ ਬੜਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਆ। ਕਿਸੇ ਵਿਆਹ ਦੇ ਵਿੱਚ ਔਰਤ ਪੰਡਿਤ ਦੀ ਭੂਮਿਕਾ ਨਿਭਾ ਰਹੀ ਸੀ। ਕੀ ਆ ਪੂਰਾ ਮਾਮਲਾ? ਜੀ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਵਾਲਾ ਹਿੱਸਾ ਤੇ ਔਰਤਾਂ ਦੇ ਹਿੱਸੇ 'ਚ ਆ ਗਿਆ। ਦੀਆ ਮਿਰਜ਼ਾ ਤੁਹਾਡੀ ਇੱਕ ਸਾਡੇ ਬਾਲੀਵੁੱਡ ਦੀ ਸੈਲੀਬ੍ਰਿਟੀ ਆ, ਉਹਦਾ ਇੱਕ ਵਿਆਹ ਸੀਗਾ ਤੇ ਉੱਥੇ ਜਿਹੜੀ ਪੰਡਿਤ ਦੀ ਭੂਮਿਕਾ ਨਿਭਾਈ ਆ ਉਹ ਇੱਕ ਔਰਤ ਨੇ ਹੀ ਨਿਭਾਈ ਆ। ਉਹਨੂੰ ਲਾਵਾਂ ਫੇਰੇ ਦੇਣ ਲਈ ਜਿਹੜਾ ਮੰਤਰੋਚਾਰਨ ਕਰਨਾ ਸੀ, ਜੋ ਕੁਝ ਵੀ ਕਰਨਾ ਸੀ, ਉੱਥੇ ਪੰਡਿਤ ਦੀ ਭੂਮਿਕਾ 'ਚ ਇੱਕ ਔਰਤ ਸਾਹਮਣੇ ਆਈ ਹੈ। ਸੁਖਲੀਨ ਜੀ, ਅਸੀਂ ਆਮ ਤੌਰ 'ਤੇ ਧਾਰਮਿਕ ਕਾਰਿਆਕ੍ਰਮਾਂ ਦੇ ਵਿੱਚ ਜਾਂ ਪ੍ਰੋਗਰਾਮਾਂ ਦੇ ਵਿੱਚ ਜਦੋਂ ਵੀ ਕਿਤੇ ਪੰਡਿਤ ਨੂੰ ਦੇਖਦੇ ਹਾਂ ਜਾਂ ਕਿਤੇ ਪੜ੍ਹਨ ਦੀ ਗੱਲ ਹੁੰਦੀ ਹੈ, ਚਾਹੇ ਉਹ ਪਾਠ ਕੀਤਾ ਜਾਂਦਾ ਹੈ, ਹਾਲਾਂਕਿ ਔਰਤਾਂ ਵੀ ਸਾਰੇ ਤਰ੍ਹਾਂ ਦੇ ਕੰਮ ਕਰਦੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਪਰ ਇਹ ਬਿਲਕੁਲ ਵੱਖਰੀ ਤਰ੍ਹਾਂ ਦੀ ਖਬਰ ਆ ਤੇ ਨਵੀਂ ਖਬਰ ਜ਼ਰੂਰ ਆ ਇਹ ਕਿ ਇੱਕ ਔਰਤ ਨੇ ਹੀ ਕਿਸੇ ਦੇ ਜਿਹੜੇ ਫੇਰੇ ਆ, ਜਿਹੜੇ ਲਾਵਾਂ ਆ, ਜਿਹੜਾ ਵਿਆਹ ਆ ਉਹ ਸੰਪੰਨ ਕਰਵਾਇਆ ਤੇ ਮੰਤਰੋਚਾਰਨ ਕਰਨ ਵਾਲੀ ਜਿਹੜੀ ਪੰਡਿਤ ਦੀ ਭੂਮਿਕਾ ਉਹ ਇੱਕ ਔਰਤ ਨੇ ਨਿਭਾਈ ਆ। ਚੰਗੀ ਗੱਲ ਆ, ਔਰਤਾਂ ਨੂੰ ਹਰ ਕੰਮ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ, ਕੋਈ ਵੱਡੀ ਉਹ ਮਾੜੀ ਗੱਲ ਨਹੀਂ ਆ, ਇਹ ਕੋਈ ਚੰਗੀ ਗੱਲ ਹੈ। ਜੀ ਸ਼ਰਮਾ ਜੀ, ਅਗਲਾ ਮੁੱਦਾ ਵੀ ਔਰਤ ਦੇ ਨਾਲ ਹੀ ਸੰਬੰਧਿਤ ਹੈ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਅਗਲਾ ਮੁੱਦਾ ਵੀ ਅਸੀਂ ਔਰਤ ਦਾ ਹੀ ਡਿਸਕਸ ਕਰਾਂਗੇ। ਪੱਤਰਕਾਰ ਆ ਜਿਸ ਨੂੰ ਕਿ ਅਦਾਲਤ ਨੇ ਮਾਨਹਾਨੀ ਦੇ ਕੇਸ 'ਚੋਂ ਬਰੀ ਕਰ ਦਿੱਤਾ ਆ। ਵਿਸਥਾਰ 'ਚ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕੀ ਆ ਪੂਰਾ ਮਾਮਲਾ। ਪ੍ਰਿਆ ਰਮਾਨੀ ਬੰਬੇ ਦੀ ਪੱਤਰਕਾਰ ਹੈ ਸ਼ਾਇਦ ਉਹ, ਤੇ ਬਹੁਤ ਸੀਨੀਅਰ ਜਰਨਲਿਸਟ ਸੀ, ਬਹੁਤ ਦੁਨੀਆ ਦਾ ਮੰਨਿਆ ਹੋਇਆ ਵਧੀਆ ਰਸਾਲਾ ਆ ਵੋਗ, ਉਹਦੇ 'ਚ ਉਹ ਕਾਲਮਨਿਸਟ ਸੀ। ਤੇ MJ ਅਕਬਰ ਵੀ ਓਡੇ ਹੀ ਵੱਡੇ ਪੱਤਰਕਾਰ ਵੀ ਰਹੇ ਆ ਕਿਸੇ ਟਾਈਮ ਦੇ, ਲੇਖਕ ਵੀ ਨੇ ਤੇ BJP ਦੇ ਲੀਡਰ ਵੀ ਸੀ ਤੇ ਕੇਂਦਰ ਦੇ ਵਿੱਚ ਵਿਦੇਸ਼ ਰਾਜ ਮੰਤਰੀ ਵੀ ਸੀ। ਫੋਰਨ ਮਿਨਿਸਟਰ ਬਹੁਤ ਵੱਡਾ ਅਹੁਦਾ ਆ ਤੇ ਵਿਦੇਸ਼ ਰਾਜ ਮੰਤਰੀ ਵੀ ਘੱਟ ਨਹੀਂ ਹੈਗਾ, ਵੱਡਾ ਅਹੁਦਾ ਮੰਨਿਆ ਜਾਂਦਾ। ਇਹਨਾਂ ਦੀ ਆਪਸ ਦੇ ਵਿੱਚ ਕੁਝ ਸਾਂਝ ਰਹੀ ਆ ਕਿਸੇ ਟਾਈਮ ਦੇ ਵਿੱਚ, ਤੇ ਇਹ ਕਿਸੇ ਇੱਕ ਹੀ ਇੰਸਟੀਟਿਊਸ਼ਨ ਲਈ ਕੰਮ ਵੀ ਕਰਦੇ ਰਹੇ ਆ। ਤੇ ਰਮਾਨੀ ਨੇ ਇੱਕ ਲੇਖ ਲਿਖਿਆ ਸੀ, ਉਹਦੇ ਵਿੱਚ ਉਹਨੇ ਲਿਖਿਆ ਕਿ ਮੈਨੂੰ ਜੌਬ ਕਰਦਿਆਂ ਹੋਇਆਂ ਆਪਣੇ ਹੀ ਬੌਸ ਤੋਂ ਸਰੀਰਕ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰਨਾ ਪਿਆ। ਤੁਹਾਨੂੰ ਯਾਦ ਹੋਣਾ 2018 'ਚ ਇੱਕ ਮੀਟੂ ਵਰਗੀ ਮੂਵਮੈਂਟ ਚੱਲੀ ਸੀ, ਬਹੁਤ ਸਾਰੀਆਂ ਇਸਤਰੀਆਂ ਨੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਆਪਣੇ ਨੌਕਰੀਆਂ ਦੌਰਾਨ ਹੋਏ ਘਟਨਾਵਾਂ ਦਾ ਜ਼ਿਕਰ ਕੀਤਾ ਸੀ, ਜਾਂ ਆਪਣੇ ਆਫਿਸ ਦੇ ਵਿੱਚ ਜਾਂ ਕਿਤੇ ਕੰਮ ਵਾਲੀ ਜਗ੍ਹਾ ਦੇ ਉੱਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦਾ ਇਹੋ ਜਿਹਾ ਜ਼ਿਕਰ ਕੀਤਾ ਸੀ। ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਲੋਕ ਸਾਹਮਣੇ ਆਏ ਸੀ, ਆਪਾਂ ਕਿਸੇ ਹੋਰ ਦਾ ਨਾਮ ਨਾ ਲਈਏ। ਜਿਹੜੀ ਅੱਜ ਗੱਲ ਹੋ ਰਹੀ ਆ ਉਹਦੇ 'ਚ MJ ਅਕਬਰ ਦਾ ਨਾਮ ਆ। ਜਦੋਂ ਇਹ ਜਿਹੜਾ ਉਹਨਾਂ 'ਤੇ ਦੋਸ਼ ਲੱਗਾ, ਉਸ ਤੋਂ ਬਾਅਦ ਇਹੋ ਜਿਹੀਆਂ ਘਟਨਾਕ੍ਰਮ ਹੋਇਆ ਕਿ ਅਕਬਰ ਜੀ ਨੂੰ ਆਪਣਾ ਜਿਹੜਾ ਅਸਤੀਫਾ ਉਹ ਦੇਣਾ ਪਿਆ, ਮਿਨਿਸਟਰੀ ਛੱਡਣੀ ਪਈ। ਤੇ ਉਹ ਫਿਰ ਸਰਕਾਰ ਦੇ ਵਿੱਚ ਸੀਗੇ, ਵੱਡੇ ਅਹੁਦੇ 'ਤੇ ਸੀ, ਤੇ ਪ੍ਰਿਆ ਰਮਾਨੀ ਸਿਰਫ ਇੱਕ ਜਰਨਲਿਸਟ ਸੀ, ਹਾਲਾਂਕਿ ਉਹਦੀ ਆਵਾਜ਼ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਦੁਨੀਆ 'ਚ ਸੁਣੀ ਗਈ ਸੀ। ਫਿਰ MJ ਅਕਬਰ ਸਾਹਿਬ ਨੇ ਇਹਨਾਂ ਦੇ ਉੱਤੇ ਇੱਕ ਮੁਕੱਦਮਾ ਕਰ ਦਿੱਤਾ ਸੀ ਕਿ ਮੇਰੀ ਜਿਹੜੀ ਆ ਛਵੀ ਆ ਉਹਨੂੰ ਖਰਾਬ ਕੀਤਾ ਗਿਆ, ਮੇਰੇ 'ਤੇ ਜਿਹੜੇ ਆਰੋਪ ਆ ਉਹ ਬਣਾ ਕੇ ਲਾਏ ਗਏ ਆ ਜਾਂ ਰਾਜਨੀਤੀ ਤੋਂ ਪ੍ਰੇਰਿਤ ਆ, ਜਿਹੋ ਜਿਹੀਆਂ ਗੱਲਾਂ ਅਕਸਰ ਹੁੰਦੀਆਂ ਨੇ। ਹੁਣ ਮੈਟਰੋਪੋਲੀਟਨ ਅਦਾਲਤ ਦੇ ਵਿੱਚ ਜੱਜ ਸਾਹਿਬ ਨੇ ਉਸ ਕੁੜੀ ਨੂੰ ਮਾਨਹਾਨੀ ਦੇ ਕੇਸ ਦੇ ਵਿੱਚੋਂ ਸਾਫ਼ ਬਰੀ ਕਰ ਦਿੱਤਾ।
ਤੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਸਵਲੀਨ ਜੀ ਜੱਜ ਸਾਹਿਬ ਨੇ। ਇਹਨਾਂ ਦੀ ਜਿਹੜੀ ਦਲੀਲ ਸੀਗੀ ਕਿ ਮੇਰੀ ਛਵੀ ਖਰਾਬ ਕੀਤੀ ਗਈ ਆ, ਮੇਰਾ ਰੁਤਬਾ ਜਿਹੜਾ ਹੈ ਉਹ ਖਰਾਬ ਹੋਇਆ, ਤੇ ਜੱਜ ਸਾਹਿਬ ਨੇ ਬਹੁਤ ਸਖਤ ਸ਼ਬਦਾਂ 'ਚ ਕਿਹਾ ਕਿ ਕਿਸੇ ਦਾ ਵੀ ਰੁਤਬਾ ਕਿਸੇ ਦੂਜੇ ਦੀ ਇੱਜ਼ਤ ਨਾਲੋਂ ਵੱਡਾ ਨਹੀਂ ਹੋ ਸਕਦਾ। ਉਹਨਾਂ ਨੇ ਹਿੰਦੂ ਇਤਿਹਾਸ ਦੀਆਂ ਜਾਂ ਹਿੰਦੂ ਮਿਥਿਹਾਸ ਦੀਆਂ 2 ਗੱਲਾਂ ਦਾ ਜ਼ਿਕਰ ਕੀਤਾ ਕਿ ਰਾਮਾਇਣ ਤੇ ਮਹਾਭਾਰਤ ਇਸ ਗੱਲ ਦੇ ਗਵਾਹ ਨੇ ਕਿ ਜਿਹੜੀ ਔਰਤ ਦੀ ਇੱਜ਼ਤ ਆ ਉਹ ਬਹੁਤ ਵੱਡੀ ਚੀਜ਼ ਆ ਤੇ ਉਹਦਾ ਸਨਮਾਨ ਹੋਣਾ ਚਾਹੀਦਾ। ਜੱਜ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਦੋਨੋਂ ਜਿਹੜੇ ਗ੍ਰੰਥ ਆ ਉਹ ਭਾਰਤ 'ਚ ਹੀ ਪੜ੍ਹੇ ਜਾਂਦੇ ਆ, ਸੁਣੇ ਜਾਂਦੇ ਆ, ਮੰਨੇ ਜਾਂਦੇ ਆ ਤੇ ਬਹੁਤ ਜ਼ਿਆਦਾ ਇਹਨਾਂ ਦਾ ਸਤਿਕਾਰ ਆ, ਤੇ ਭਾਰਤ ਵਿੱਚ ਹੀ ਇਹੋ ਜਿਹੀ ਜਿਹੜੀ ਘਟਨਾ ਹੋਣੀ ਆ ਉਹ ਬਹੁਤ ਸ਼ਰਮਨਾਕ ਗੱਲ ਆ। ਬਹੁਤ ਸਾਰੇ ਲੋਕਾਂ ਨੇ ਪ੍ਰਿਆ ਰਮਾਨੀ ਦੇ ਬਰੀ ਹੋਣ ਨੂੰ ਬਹੁਤ ਚੰਗਾ ਦੱਸਿਆ ਤੇ ਉਹਦੀ ਜਿਹੜੀ ਆ ਪ੍ਰੋੜਤਾ ਕੀਤੀ ਹੈ ਕਿ ਇਦਾਂ ਹੋਣਾ ਚਾਹੀਦਾ। ਤੇ MJ ਅਕਬਰ ਸਾਹਿਬ ਨੂੰ ਹਾਲਾਂਕਿ ਜੁਡੀਸ਼ਰੀ ਨੇ ਜਿਹੜਾ ਆ ਅਧਿਕਾਰ ਦੇ ਦਿੱਤਾ ਆ ਕਿ ਤੁਸੀਂ ਅਗਲੀ ਕੋਰਟ 'ਚ ਜਾ ਸਕਦੇ ਆ, ਪਰ ਨਾਲ ਦੀ ਨਾਲ ਜਿਹੜੀ ਉਹਨਾਂ ਨੂੰ ਤਾੜਨਾ ਕੀਤੀ ਆ ਉਹ ਬਹੁਤ ਹੀ ਸਖਤ ਆ। ਇੱਕ ਗੱਲ ਆਪਾਂ MJ ਅਕਬਰ ਸਾਹਿਬ ਦੀ ਹੋਰ ਵੀ ਗੱਲ ਕਰੀਏ ਕਿ ਉਹਨਾਂ ਦਾ ਜਿਹੜਾ ਜੀਵਨ ਆ, ਜਿਹੜਾ ਪਿਛਲਾ ਜੀਵਨ ਆ ਜਾਂ ਜਿੰਨੀ ਦੇਰ ਉਹ ਹਾਈਲਾਈਟ ਰਹੇ ਆ, ਉਹ ਕੱਲੀ ਇੱਕ ਪ੍ਰਿਆ ਰਮਾਨੀ ਨਹੀਂ, ਉਹਨਾਂ ਤੇ ਹੋਰ ਵੀ ਬਹੁਤ ਸਾਰੇ ਕੇਸ ਲੱਗਦੇ ਰਹੇ। ਪਲਵੀ ਨਾਂ ਦੀ ਇੱਕ ਕੁੜੀ ਸੀ, ਉਹ ਅਮਰੀਕਾ ਤੋਂ ਸੀ ਸ਼ਾਇਦ, ਉਹ ਵੀ ਕਿਸੇ ਨਿਊਜ਼ ਨਾਲ ਜੁੜੀ ਹੋਈ ਸੀ ਜਾਂ ਪੱਤਰਕਾਰਤਾ ਨਾਲ ਜੁੜੀ ਹੋਈ ਸੀ। ਉਹਦੇ ਸਬੰਧ ਦੇ ਵਿੱਚ ਵੀ ਉਹਨੇ ਵੀ ਇਹਨਾਂ ਦੇ ਉੱਤੇ ਬਲਾਤਕਾਰ ਦੇ ਆਰੋਪ ਲਾਏ ਸੀ, ਤੇ ਇਹਨਾਂ ਦੀ ਵਾਈਫ ਨੇ ਅਕਬਰ ਸਾਹਿਬ ਦੀ ਨੇ ਉਦੋਂ ਕਿਹਾ ਸੀ ਕਿ ਪਲਵੀ ਕਰਕੇ ਵੀ ਸਾਡਾ ਜਿਹੜਾ ਘਰ ਆ ਉਹ ਟੁੱਟਣ ਦੇ ਕਿਨਾਰੇ ਸੀ। ਜੱਜ ਸਾਹਿਬ ਨੇ ਜਦੋਂ ਇਹਨਾਂ ਨੇ ਦੱਸਿਆ ਕਿ ਮੈਂ ਇੱਕ ਰੁਤਬੇ ਵਾਲਾ ਵਿਅਕਤੀ ਸੀ ਜਾਂ ਮੈਂ ਮਿਨਿਸਟਰ ਸੀ ਜਾਂ ਮੈਂ ਇੱਕ ਵੱਡਾ ਲੇਖਕ ਸੀ, ਤੇ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਆਪਣੇ ਫੈਸਲੇ 'ਚ ਇਹ ਗੱਲ ਲਿਖੀ ਆ ਕਿ ਵੱਡਾ ਵਿਅਕਤੀ ਵੀ ਗਲਤੀ ਕਰ ਸਕਦਾ, ਉਹਨੂੰ ਉਹਦੇ ਵੱਡੇ ਹੋਣ ਕਰਕੇ ਕਿਸੇ ਵੀ ਗੁਨਾਹ ਤੋਂ ਬਖਸ਼ਿਆ ਨਹੀਂ ਜਾ ਸਕਦਾ। ਤੇ ਜੇ ਮੈਨੂੰ ਇਦਾਂ ਲੱਗਦਾ ਕਿ ਜਿੰਨਾ ਬੰਦਾ ਵੱਡਾ ਆ ਉਹਦੀ ਜ਼ਿੰਮੇਵਾਰੀ ਵੀ ਉਨੀ ਵੱਡੀ ਕਿ ਉਹਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਸੋ ਜਿਹੜਾ ਸ਼ੋਸ਼ਣ ਆ ਉਹ ਕਿਸੇ ਵੀ ਤਰੀਕੇ ਨਾਲ ਕਿਤੇ ਵੀ ਨਹੀਂ ਹੋਣਾ ਚਾਹੀਦਾ, ਤੇ ਇਸ ਕੇਸ ਨੂੰ ਇਸੇ ਸੰਬੰਧ 'ਚ ਦੇਖਿਆ ਜਾਣਾ ਚਾਹੀਦਾ। ਫਿਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਇਹ ਬਹੁਤ ਪੁਰਾਣਾ ਮਾਮਲਾ ਆ, ਤੇ ਫਿਰ ਕੋਰਟ ਨੇ, ਮਾਨਯੋਗ ਕੋਰਟ ਨੇ ਇਹ ਕਿਹਾ ਕਿ ਔਰਤ ਦੇ ਨਾਲ ਜੇ ਬਦਸਲੂਕੀ ਹੋਈ ਆ, ਜੇ ਔਰਤ ਦੇ ਨਾਲ ਜਾਂ ਆਦਮੀ ਨਾਲ ਜਿਸ ਨਾਲ ਵੀ ਜੇ ਕੋਈ ਘਟਨਾ ਗਲਤ ਹੋਈ ਆ, ਤੇ ਉਹਨੂੰ ਕਿਸੇ ਵੀ ਟਾਈਮ ਤੇ ਸ਼ਿਕਾਇਤ ਕਰਨ ਦਾ ਹੱਕ ਆ। ਤੁਸੀਂ ਇਸ ਦਲੀਲ ਨੂੰ ਵੀ ਨਹੀਂ ਲੈ ਸਕਦੇ ਕਿ ਇਹ ਪੁਰਾਣਾ ਘਟਨਾਕ੍ਰਮ ਆ ਤੇ ਇਹ ਬਾਅਦ ਵਿੱਚ ਸਾਹਮਣੇ ਆਊਗਾ। ਜੀ ਸ਼ਰਮਾ ਜੀ, ਅਗਲੇ ਮੁੱਦੇ ਦੀ ਗੱਲ ਕਰਦੇ ਹਾਂ। ਬੰਗਾਲ ਦੇ ਵਿੱਚ ਇੱਕ ਮੰਤਰੀ ਤੇ ਜਾਨਲੇਵਾ ਹਮਲਾ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ। ਕੀ ਹੈ ਪੂਰਾ ਮਾਮਲਾ, ਇਹਦੇ ਬਾਰੇ ਵੀ ਸਾਨੂੰ ਦੱਸੋ। ਜਦੋਂ ਨਾ ਜੀ ਅਸੀਂ ਭਾਰਤ ਤੇ ਪਾਕਿਸਤਾਨ ਦੀਆਂ ਕਿਤੇ ਨਾ ਕਿਤੇ ਗੱਲਾਂ ਕਰਦੇ ਹਾਂ, ਤੇ ਪਾਕਿਸਤਾਨ 'ਚ ਇਹ ਗੱਲ ਬਹੁਤ ਵਾਰ ਸਾਹਮਣੇ ਆਉਂਦੀ ਆ ਕਿ ਪਾਕਿਸਤਾਨ 'ਚ ਮੌਜਾਂ ਹੀ ਮੌਜਾਂ, ਚਾਰੇ ਪਾਸੇ ਫੌਜਾਂ ਹੀ ਫੌਜਾਂ, ਉੱਥੇ ਫੌਜੀ ਹਕੂਮਤ ਬਹੁਤ ਟਾਈਮ ਚੱਲਦੀ ਰਹੀ ਆ। ਪਰ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ ਇੱਥੇ ਇੱਦਾਂ ਹੁੰਦੀ ਆ ਵੀ ਹੋਰ ਕੁਝ ਹੋਵੇ ਨਾ ਹੋਵੇ, ਵੋਟਾਂ ਕਿਤੇ ਨਾ ਕਿਤੇ ਹੁੰਦੀਆਂ ਰਹਿੰਦੀਆਂ। ਵਿਕਾਸ ਨਾਂ ਦਾ ਪ੍ਰਾਣੀ ਇੱਥੇ ਜਨਮ ਲਵੇ ਜਾਂ ਨਾ ਲਵੇ, ਪਰ ਵੋਟਾਂ ਜਿਹੜੀਆਂ ਆ ਉਹ ਹਰ ਦੂਜੇ ਦਿਨ ਕਿਤੇ ਨਾ ਕਿਤੇ ਹੁੰਦੀਆਂ ਰਹਿੰਦੀਆਂ। ਕਦੇ ਮਿਊਨਿਸਪੈਲਿਟੀ ਦੀਆਂ ਆ ਗਈਆਂ, ਕਦੇ ਪੰਚਾਇਤ ਦੀਆਂ ਆ ਗਈਆਂ, ਕਦੇ ਵਿਧਾਨ ਸਭਾ ਦੀਆਂ ਆ ਗਈਆਂ, ਕਦੇ ਲੋਕ ਸਭਾ ਦੀਆਂ ਆ ਗਈਆਂ, ਕਦੇ ਰਾਜ ਸਭਾ ਦੀਆਂ ਆ ਗਈਆਂ। ਇਸੇ ਤਰੀਕੇ ਦੇ ਵਿੱਚ ਹੁਣ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਆ ਉਹ ਪੈਂਡਿੰਗ ਨੇ। ਅਪ੍ਰੈਲ ਮਈ 'ਚ ਟਨਿਓਰ ਜਿਹੜਾ ਆ ਉਹ ਪਾਰਟੀ ਦਾ ਖਤਮ ਹੋਣ ਜਾ ਰਿਹਾ, ਵਿਧਾਨ ਸਭਾ ਬੰਗਾਲ ਦੀ ਦਾ। ਮਮਤਾ ਬੈਨਰਜੀ ਦੀ TMC ਉੱਥੇ ਸਰਕਾਰ 'ਚ ਨੇ, ਤੇ ਉੱਥੇ ਹੁਣ ਜਿਹੜਾ ਆਪਰੇਸ਼ਨ ਲੋਟਸ ਆ, BJP ਉੱਥੇ ਪੱਬਾਂ ਪਾ ਰਿਹਾ ਕਿ ਉੱਥੇ ਅਸੀਂ ਸਰਕਾਰ ਬਣਾਉਣੀ ਆ। ਜਦੋਂ ਅਸੀਂ ਸਵਲੀਨ ਜੀ ਬੰਗਾਲ ਦੀ ਗੱਲ ਕਰਦੇ ਹਾਂ, ਪੰਜਾਬ ਤੇ ਬੰਗਾਲ ਇਹੋ ਜਿਹੇ 2 ਖਿੱਤੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਆ ਭਾਰਤ ਦੀ ਰਾਜਨੀਤੀ ਦੇ ਵਿੱਚ ਵੀ ਤੇ ਭਾਰਤ ਦੀ ਵਿਵਸਥਾ ਦੇ ਵਿੱਚ ਵੀ। ਪੰਜਾਬ ਦਾ ਵੀ ਲਿਟਰੇਚਰ ਜਿਹੜਾ ਆ ਬਹੁਤ ਵਧੀਆ, ਤੇ ਬੰਗਾਲ ਦੀ ਜਿਹੜੀ ਬੰਗਲਾ ਭਾਸ਼ਾ ਦਾ ਸਾਹਿਤ ਆ ਉਹ ਵੀ ਬਹੁਤ ਵਧੀਆ ਹੈ। ਬੰਗਾਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਲਕੱਤਾ ਸਾਡੇ ਸਾਹਮਣੇ ਆਉਂਦਾ, ਰਵਿੰਦਰਨਾਥ ਟੈਗੋਰ ਸਾਡੇ ਸਾਹਮਣੇ ਆਉਂਦਾ, ਬਹੁਤ ਸਾਰੇ ਹੋਰ ਲੇਖਕ ਤੇ ਪੇਂਟਰ ਤੇ ਇਹੋ ਜਿਹੇ ਲੋਕਾਂ ਦਾ ਬੰਗਾਲ ਸਮਝਿਆ ਜਾਂਦਾ। ਬੰਗਾਲ ਨੂੰ ਇਸ ਤਰੀਕੇ ਨਾਲ ਵੀ ਮਸ਼ਹੂਰ ਸਮਝਿਆ ਜਾਂਦਾ ਕਿ ਬਹੁਤ ਲੰਬਾ ਸਮਾਂ ਉੱਥੇ ਕਮਿਊਨਿਸਟ ਪਾਰਟੀ ਦਾ ਰਾਜ ਰਿਹਾ। ਜਾਣੀ ਕਿ ਕਮਿਊਨਿਸਟ ਦੀ, ਜਦੋਂ ਅਸੀਂ ਕਮਿਊਨਿਜ਼ਮ ਦੀ ਗੱਲ ਕਰਦੇ ਹਾਂ ਤੇ ਸਮਾਜਵਾਦ ਦੀ ਗੱਲ ਕਰਦੇ ਹਾਂ, ਬਰਾਬਰੀ ਦੀ ਗੱਲ ਕਰਦੇ ਹਾਂ, ਜੋਤੀ ਬਾਸ਼ੂ ਨੇ ਉੱਥੇ ਬਹੁਤ ਲੰਬਾ ਟਾਈਮ ਰਾਜ ਕੀਤਾ। ਉਸ ਤੋਂ ਬਾਅਦ ਕਾਂਗਰਸ ਵੀ ਕੁਝ ਸਮਾਂ ਸੱਤਾ 'ਚ ਰਹੀ, ਤੇ ਫਿਰ ਪੱਛਮੀ ਬੰਗਾਲ ਦੀ ਜਿਹੜੀ ਵਿੱਚ TMC ਦਾ ਉਦੈ ਹੋਇਆ, ਤੇ BJP ਉੱਥੋਂ ਲਗਭਗ ਬਾਹਰ ਹੀ ਰਹੀ ਆ। ਪਰ ਇਸ ਵਾਰ ਜੋ ਹਾਲਾਤ ਬਣੇ ਹੋਏ ਨੇ, BJP ਉੱਥੇ ਬਹੁਤ ਵੱਡੀ ਟੱਕਰ ਦੇ ਰਹੀ ਆ। ਜਿਵੇਂ ਕਿ ਕਿਹਾ ਜਾਂਦਾ, ਤੁਸੀਂ ਗੱਲ ਕੀਤੀ ਸੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੀ ਕਿ ਮੋਦੀ ਤੇ ਅਮਿਤ ਸ਼ਾਹ ਜਿਹੜੇ ਨੇ ਉਹ ਜੁਗਾੜਾਂ ਦੇ ਮਾਹਰ ਨੇ, ਤੇ ਬਹੁਤ ਸਾਰੀਆਂ ਚੀਜ਼ਾਂ ਉਹ ਕਰਦੇ ਨੇ। ਬੰਗਾਲ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਸਾਰੇ ਜੁਗਾੜ ਨੇ ਹੁਣ ਤੱਕ ਉੱਥੇ ਪ੍ਰੋਪਰ ਚੱਲ ਰਹੇ ਨੇ। ਬਹੁਤ ਸਾਰੇ ਲੀਡਰ ਇੱਧਰੋਂ ਉੱਧਰ ਹੋ ਰਹੇ ਨੇ, ਉੱਧਰੋਂ ਇੱਧਰ ਹੋ ਰਹੇ ਨੇ। ਮਮਤਾ ਬੈਨਰਜੀ ਦੇ ਬਹੁਤ ਵੱਡੇ ਵੱਡੇ ਲੀਡਰ, ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ ਤੇ MLA ਜਿਹੜੇ ਉਹਨਾਂ ਨੂੰ ਛੱਡ ਕੇ ਗਏ ਨੇ, ਉਹ BJP ਦੇ ਵਿੱਚ ਟਿਕਟਾਂ ਦੀ ਜਿਹੜੀ ਲਾਈਨ ਹੈ ਉਹ 'ਚ ਲੱਗੇ ਹੋਏ ਨੇ, ਤੇ ਲਗਭਗ ਮਿਲ ਜਾਣੀਆਂ। ਤੇ ਉੱਥੇ ਬੀਤੇ ਦਿਨੀ, ਸ਼ਾਇਦ ਕੱਲ੍ਹ ਦੀ ਹੀ ਘਟਨਾ ਆ ਕਿ ਉੱਥੇ ਇੱਕ ਉਹਨਾਂ ਦੇ ਜਿਹੜੇ ਮਿਨਿਸਟਰ ਸੀਗੇ ਮਮਤਾ ਬੈਨਰਜੀ ਦੇ, ਉਹਨਾਂ 'ਤੇ ਇੱਕ ਬੰਬ ਨਾਲ ਅਟੈਕ ਹੋਇਆ।
ਤੇ ਇਹ ਵੱਡੀ ਘਟਨਾ ਆ। ਹਾਲਾਂਕਿ ਉਹਨਾਂ ਦੀ ਜਿਹੜੀ ਜਾਨ ਆ ਉੱਥੇ ਬਚ ਗਈ ਆ ਤੇ ਕਿਸੇ ਹੋਰ ਦੇ ਵੀ ਹਤਾਹਤ ਹੋਣ ਦੀ ਖਬਰ, ਮੌਤ ਹੋਣ ਦੀ ਖਬਰ ਨਹੀਂ ਮਿਲੀ। ਪਰ ਚੋਣਾਂ 'ਚ ਜਦੋਂ ਅਸੀਂ ਹਿੰਸਾ ਦੀ ਗੱਲ ਕਰਦੇ, ਮੈਂ ਹੁਣੀ ਬੰਗਾਲ ਦੀਆਂ ਸਿਫਤਾਂ ਦੱਸੀਆਂ ਕਿ ਬੰਗਾਲ ਦੇ ਵਿੱਚ ਕਮਿਊਨਿਸਟ ਪਾਰਟੀ ਦਾ ਰਾਜ ਰਿਹਾ ਤੇ ਬੰਗਾਲੀ ਸਾਹਿਤ, ਬੰਗਾਲੀ ਭੋਜਨ ਤੇ ਬੰਗਾਲੀ ਕਲਚਰ ਜਿਹੜਾ ਆ ਬਹੁਤ ਮਹੱਤਵਪੂਰਨ ਮੰਨਿਆ ਗਿਆ। ਪਰ ਬੰਗਾਲ ਉਹਦੇ ਨਾਲ ਨਾਲ ਸਵਲੀਨ ਜੀ ਬਹੁਤ ਲੰਬੇ ਸਮੇਂ ਤੋਂ ਹਿੰਸਾ ਦਾ ਵੀ ਸ਼ਿਕਾਰ ਹੀ ਰਿਹਾ ਹੈ। ਜਦੋਂ ਕਮਿਊਨਿਸਟਾਂ ਦਾ ਰਾਜ ਸੀ ਉਦੋਂ ਵੀ ਬੰਗਾਲ ਦੇ ਵਿੱਚ ਹਿੰਸਾ ਜਿਹੜੀ ਆ ਉਹ ਵਿਆਪਕ ਰੂਪ ਦੇ ਵਿੱਚ ਹੁੰਦੀ ਰਹੀ ਹੈ। ਨੈਕਸਲਾਈਟ ਮੂਵਮੈਂਟ ਦੇ ਵਿੱਚ ਵੀ ਬੰਗਾਲ ਦਾ ਕਾਫੀ ਵੱਡਾ ਰੋਲ ਸੀ ਤੇ ਹੁਣ ਵੀ ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਦੀਦੀ ਦਾ ਸ਼ਾਸਨ, ਜਿਹੜਾ ਮਮਤਾ ਬੈਨਰਜੀ ਨੂੰ ਉੱਥੇ ਦੀਦੀ ਕਿਹਾ ਜਾਂਦਾ ਬੰਗਲਾ ਦੇ ਵਿੱਚ, ਤੇ ਉਸ ਦੇ ਜ਼ਮਾਨੇ ਦੇ ਵਿੱਚ ਵੀ ਹੁਣ ਵੀ ਜਿਹੜੀ ਹਿੰਸਾ ਆ ਉਹ ਰੋਜ਼ ਹੀ ਜਿਹੜੀ ਆ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਆ। ਕੱਲ੍ਹ ਦੇ ਬੰਬ ਕਾਂਡ ਤੋਂ ਬਾਅਦ ਮੈਨੂੰ ਇੱਕ ਬੜੀ ਘਟਨਾ ਯਾਦ ਆਈ। ਛੱਤੀਸਗੜ੍ਹ ਦੇ ਵਿੱਚ 2013 'ਚ ਇੱਕ ਬਹੁਤ ਵੱਡਾ ਬੰਬ ਕਾਂਡ ਹੋਇਆ ਸੀ। ਉੱਥੇ ਵੀ ਇਲੈਕਸ਼ਨ ਪੈਂਡਿੰਗ ਸੀਗੀਆਂ ਤੇ ਇੱਕ ਬੰਬ ਕਾਂਡ ਹੋਇਆ ਸੀ ਤੇ ਉੱਥੇ ਤੁਸੀਂ ਹੈਰਾਨ ਹੋ ਜਾਓਗੇ ਕਿ ਪਾਰਟੀ ਦੇ ਕਾਂਗਰਸ ਦੇ ਜਿਹੜੇ ਚੀਫ ਸੀ ਉਹ ਵੀ ਮਾਰੇ ਗਏ ਸੀ। ਕਾਂਗਰਸ ਦੇ ਇੱਕ ਮਿਨਿਸਟਰ ਸੀ ਵਿਦਿਆ ਚਰਨ ਸ਼ੁਕਲ ਜੀ, ਉਹ ਵੀ ਮਰ ਗਏ ਸੀ ਤੇ ਉਸ ਬੰਬ ਕਾਂਡ ਦੇ ਵਿੱਚ 32 ਲੋਕਾਂ ਦੀ ਮੌਤ ਹੋਈ ਸੀ। ਚੋਣਾਂ ਦੇ ਸਮੇਂ ਤੇ ਜਿਹੜੀ ਹਿੰਸਾ ਆ ਉਹਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਦੇ ਹਾਂ। ਪੰਜਾਬ ਦੇ ਵਿੱਚ ਹੁਣੀ ਚੋਣਾਂ ਹੋ ਕੇ ਹਟੀਆਂ ਤੇ ਜਾਖੜ ਸਾਹਿਬ ਨੇ ਬਿਆਨ ਦਿੱਤਾ ਕਿ ਜਿਹੜੀ ਹਿੰਸਾ ਆ ਉਹ ਬੜੀ ਥੋੜ੍ਹੀ ਹੋਈ ਆ ਤੇ ਸ਼ਾਂਤੀਪੂਰਨ ਜਿਹੜੀ ਇਲੈਕਸ਼ਨ ਆ ਉਹ ਮੁੱਕ ਗਿਆ ਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ। ਹੁਣ ਕਿਸੇ ਵੀ ਲੀਡਰ ਦਾ ਚੋਣ ਹਿੰਸਾ ਦੇ ਵਿੱਚ, ਚੋਣਾਂ ਨੂੰ ਹੋਈ ਹਿੰਸਾ ਨੂੰ ਥੋੜ੍ਹੇ ਕਹਿ ਦੇਣਾ, ਇਹਨਾਂ ਦਾ ਕੋਈ ਲੀਡਰਾਂ ਦਾ ਕੋਈ ਮਾਪ ਹੋ ਸਕਦਾ ਹੈ, ਪਰ ਆਮ ਲੋਕ ਜਿਨ੍ਹਾਂ ਦਾ ਵੀ ਬੰਦਾ ਘਰ ਦਾ ਕੋਈ ਮੈਂਬਰ ਉਹ ਮਰ ਜਾਂਦਾ ਹੈ, ਉਹਦੇ ਬਾਰੇ ਉਹੀ ਦੱਸ ਸਕਦੇ ਆ ਕਿ ਉਹ ਹਿੰਸਾ ਥੋੜ੍ਹੀ ਸੀ ਜਾਂ ਜ਼ਿਆਦਾ। ਤੇ ਜਦੋਂ ਅਸੀਂ ਸਾਹਿਤਕ ਲੋਕਾਂ ਦੀ ਗੱਲ ਕਰਦੇ ਹਾਂ, ਬੰਗਾਲੀ ਬਹੁਤ ਸਮਝਦਾਰ ਪੜ੍ਹੇ ਲਿਖੇ ਲੋਕ ਮੰਨੇ ਜਾਂਦੇ ਨੇ ਤੇ ਉੱਥੇ ਜਦੋਂ ਇਦਾਂ ਦੀ ਹਿੰਸਾ ਹੁੰਦੀ ਆ ਇਹ ਬਹੁਤ ਮਾੜੀ ਗੱਲ ਆ। ਬਿਲਕੁਲ ਜਿਹੜੀ ਹਿੰਸਾ ਉਹ ਨਹੀਂ ਹੋਣੀ ਚਾਹੀਦੀ। ਛੱਤੀਸਗੜ੍ਹ ਹੋਵੇ, ਚਾਹੇ ਬੰਗਾਲ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਹਿੰਦੁਸਤਾਨ ਦੇ ਬਾਕੀ ਸੂਬੇ ਹੋਣ, ਇਲੈਕਸ਼ਨਸ ਹੋਣੀਆਂ ਚਾਹੀਦੀਆਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਲੋਕਤੰਤਰੀ ਤਰੀਕੇ ਦੇ ਨਾਲ। ਸਰਕਾਰਾਂ ਬਣਨੀਆਂ ਚਾਹੀਦੀਆਂ, ਟੁੱਟਣੀਆਂ ਚਾਹੀਦੀਆਂ, ਉਹਨਾਂ ਦਾ ਸਮਾਂ ਖਤਮ ਹੋਣਾ ਚਾਹੀਦਾ। ਪਰ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਧਿਆਨ ਆ ਉਹ ਸਿਰਫ ਇਸ ਵਾਲੇ ਪਾਸੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਰਕਾਰ ਬਣਾ ਲਈਏ। ਇਹਦੇ ਲਈ ਸਾਨੂੰ ਫਿਰ ਉਹ ਜਿਹੜੇ ਤਰੀਕੇ ਆ ਉਹ ਸਹੀ ਹੀ ਅਪਣਾਉਣੇ ਚਾਹੀਦੇ ਆ। ਦਲ ਬਦਲੂ ਵਾਲੇ ਕਾਨੂੰਨ ਵੀ ਅਸੀਂ ਲਾਗੂ ਕਰਕੇ ਦੇਖ ਲਏ ਪਰ ਉਹਦਾ ਫਰਕ ਕੋਈ ਨਹੀਂ ਪਿਆ। ਇੱਧਰੋਂ ਕੋਈ ਉੱਧਰ ਚਲਾ ਜਾਂਦਾ, ਉੱਧਰੋਂ ਕੋਈ ਇੱਧਰ ਆ ਜਾਂਦਾ ਤੇ ਦਿਨ ਪ੍ਰਤੀ ਦਿਨ ਜਿਹੜਾ ਭਾਰਤ ਦਾ ਲੋਕਤੰਤਰ ਆ ਉਹਦੇ ਵਿੱਚ ਲੋਕਾਂ ਦੀ ਜਿਹੜੀ ਭਰੋਸੇਯੋਗਤਾ ਉਹ ਘਟਦੀ ਹੀ ਜਾ ਰਹੀ ਆ। ਇਹੋ ਜਿਹੀ ਹੀ ਘਟਨਾ ਦੀ ਪਿੱਛੇ ਜਿਹਾ ਜ਼ਿਕਰ ਕਰਾਂਗੇ। ਲੋਕਾਂ ਦੀ ਭਰੋਸੇਯੋਗਤਾ ਦੀ ਜੇ ਗੱਲ ਕਰੀਏ ਤੇ ਜਦੋਂ ਹੁਣ ਕੋਈ ਬੰਬ ਕਾਂਡ ਹੁੰਦਾ ਆ ਫਿਰ ਉਹ ਲੋਕ ਇਸ ਚੀਜ਼ ਨੂੰ ਇਵੇਂ ਦੇਖਣਗੇ ਕਿ ਇਹ ਹਿੰਸਾ ਜਿਹੜੀ ਆ ਉਹ ਕੌਣ ਕਰਵਾ ਰਿਹਾ ਤੇ ਕੌਣ ਨਹੀਂ ਕਰਵਾ ਰਿਹਾ। ਕਿਤੇ ਨਾ ਕਿਤੇ ਖੱਬੇ ਪੱਖੀ ਕਰਵਾ ਰਹੇ ਨੇ, ਚਾਹੇ ਉਹ ਕੋਈ ਇੱਕ ਪਾਰਟੀ ਦੇ ਲੋਕ ਨੇ। ਪਰ ਮੈਨੂੰ ਇਹ ਵੀ ਗੱਲ ਮਹਿਸੂਸ ਹੁੰਦੀ ਆ ਕਿ ਜਿਹੜੇ ਹਿੰਸਾ ਕਰਨ ਵਾਲੇ ਲੋਕ ਨੇ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਲੋਕ ਨੇ, ਉਹ ਕਿਸੇ ਦੇ ਵੀ ਸਕੇ ਲੋਕ ਨਹੀਂ ਹੈਗੇ। ਹਿੰਸਾ ਦੀ ਕਿਸੇ ਵੀ ਚੰਗੇ ਮੁਲਕ ਦੇ ਵਿੱਚ, ਕਿਸੇ ਵੀ ਚੰਗੇ ਲੋਕਤੰਤਰ ਦੇ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਤੇ ਬਹੁਤ ਅਗਾਊਂ ਇਲੈਕਸ਼ਨ ਹਾਲੇ ਅਨਾਊਂਸ ਨਹੀਂ ਹੋਈਆਂ ਤੇ ਪਿਛਲੇ 2-3 ਮਹੀਨੇ ਤੋਂ ਅਸੀਂ ਰੋਜ਼ ਦੇਖਦੇ ਹਾਂ ਕਿ ਰੋਜ਼ ਹੀ ਬੰਗਾਲ ਜਿਹੜਾ ਆ ਉਹ ਸੁਰਖੀਆਂ 'ਚ ਛਾਇਆ ਹੋਇਆ ਤੇ ਇਹ ਕਿਤੇ ਨਾ ਕਿਤੇ ਵੱਡੀਆਂ ਪਾਰਟੀਆਂ ਲੋਕਾਂ ਨੂੰ ਡਰਾਉਣ ਦੇ ਵਿੱਚ ਵੀ ਕਾਮਯਾਬ ਹੋ ਰਹੀਆਂ ਨੇ। ਤੇ ਇਹ ਵੀ ਸੰਕੇਤ ਦਿੱਤਾ ਜਾ ਸਕਦਾ ਹੈ ਕਿ ਜਿਹੜੀ ਸਰਕਾਰ ਉੱਥੇ ਚੱਲ ਰਹੀ ਆ ਉਹ ਉਸ ਹਿੰਸਾ ਨੂੰ ਰੋਕ ਨਹੀਂ ਪਾ ਰਹੀ ਤੇ ਕਿਤੇ ਨਾ ਕਿਤੇ ਧਾਰਮਿਕ ਉਨਮਾਦ ਪੈਦਾ ਕੀਤਾ ਜਾ ਰਿਹਾ। ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਲੋਕਤੰਤਰ ਦੀ ਛਵੀ ਨੂੰ ਖਰਾਬ ਕਰਦੀਆਂ ਨੇ। ਲੋਕਤੰਤਰ ਦੀ ਛਵੀ ਖਰਾਬ ਹੁੰਦੀ ਆ, ਇੱਕ ਮਾੜੀ ਗੱਲ ਆ ਤੇ ਇੱਕ ਆਮ ਇਨਸਾਨ ਦੀ ਜਾਨ ਚਲੇ ਜਾਣੀ ਉਹ ਇਸ ਤੋਂ ਵੀ ਮਾੜੀ ਗੱਲ ਜੀ। ਸ਼ਰਮਾ ਜੀ, ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸਟੂਡੀਓ ਵਿੱਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ। ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।